ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਾਰੇ ਹੀ ਲਿਸਨਰਸ ਨੂੰ ਅਤੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਇਸ ਤਮਾਮ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹਾਂ। ਮੈਂ ਸਵਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ ਪ੍ਰੋਗਰਾਮ ਸ਼ਮਾਦਾਨ ਲੈ ਕੇ ਬਠਿੰਡਾ ਦੀ ਧਰਤੀ ਤੋਂ ਹਾਜ਼ਰ ਹੈ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 26 ਜਨਵਰੀ ਅਤੇ ਸਮਾਂ ਸ਼ਾਮ ਦੇ 6:30 ਦਾ। ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਉੱਤੇ ਜੋ ਅਖਬਾਰੀ ਸੁਰਖੀਆਂ ਨੇ ਉਹਨਾਂ ਖਬਰਾਂ ਦੇ ਪਿੱਛੇ ਕੀ ਖਬਰ ਹੈ ਉਹ ਤੁਹਾਡੇ ਤੱਕ ਪਹੁੰਚਾਈਏ। ਸੋ ਬਹੁਤੇ ਵੀਰਾਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਉਹ ਕਹਿ ਦਿੰਦੇ ਕਿ ਤੁਸੀਂ ਕੁਝ ਕੱਲ੍ਹ ਦੀਆਂ ਖਬਰਾਂ ਸਾਡੇ ਨਾਲ ਡਿਸਕਸ ਕਰਦੇ ਹੋ। ਅਸਲ ਦੇ ਵਿੱਚ ਉਹ ਖਬਰ ਨਹੀਂ ਹੁੰਦੀ, ਖਬਰ ਦੇ ਪਿੱਛੇ ਦਾ ਸੱਚ ਕੀ ਹੈ, ਖਬਰ ਦੇ ਪਿੱਛੇ ਦੀ ਕਹਾਣੀ ਕੀ ਹੈ, ਅਸੀਂ ਉਹ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਤ੍ਰਿਪਤੀਪਾਲ ਸਿੰਘ ਹੋਰਾਂ ਨੇ ਸਟਾਕਟਨ ਤੋਂ, ਸਰਦਾਰ ਬਲਵੀਰ ਸਿੰਘ ਉਸਮਾਨਪੁਰ ਨੇ ਸੈਟਲ ਤੋਂ, ਅਤੇ ਜਗਜੀਤ ਸਿੰਘ ਲੰਡਨ ਹੋਰਾਂ ਨੇ ਜਿਹੜਾ ਜੀ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਹੈ। ਓਨਰ ਆਪਰੇਟਰ ਅਤੇ ਡਰਾਈਵਰ ਵੀਰ ਜੇ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਅਤੇ ਲੋਕਲ ਹੀ ਜਾਣਾ ਚਾਹੁੰਦੇ ਹੋ ਤਾਂ ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਨੇ ਓਪਨਿੰਗ ਹੈ, ਹਾਇਰਿੰਗ ਕਰ ਰਹੀ ਹੈ ਜੀ। ਤੁਸੀਂ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਤੁਹਾਡੇ ਰੀਫਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਜਾਂ ਫਿਰ ਸੈਮੀ ਜਾਂ ਟ੍ਰੇਲਰ ਦਾ ਕੋਈ ਕੰਮ ਕਰਾਉਣਾ ਹੈ ਤਾਂ ਤੁਸੀਂ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਪੇਰ ਸਰਵਿਸ ਹਮੇਸ਼ਾ ਯਾਦ ਰੱਖੋ। ਮਨਾਸਸ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਜੀ 10224 ਰੈਜ਼ੀਡੈਂਸੀ ਰੋਡ 'ਤੇ। ਫੋਨ ਨੰਬਰ ਹੈ 8043728800। ਪੰਜਾਬ ਟਰੱਕ ਐਂਡ ਟ੍ਰੇਲਰ ਪੇਅਰ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇਹਨਾਂ ਕੋਲ ਯੂਜ਼ ਤੇ ਬ੍ਰੈਂਡ ਨਿਊ ਟਾਇਰ ਵੀ ਮਿਲਦੇ ਨੇ। ਇੰਡੀਅਨ ਐਪਲਿਸ ਦੇ ਵਿੱਚ ਲੋਕੇਸ਼ਨ ਇਹਨਾਂ ਦੀ ਵੈਸਟਰਨ ਹਾਵਨ ਐਵੀਨਿਊ ਤੇ 1315। ਪਰਮਜਾ ਜੱਸੀ ਹੋਰਾਂ ਨੂੰ ਤੁਸੀਂ 3179797205 ਜਾਂ ਫਿਰ 6612045818 ਤੇ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਦਾ ਆਗਾਜ਼ ਕਰਦੇ ਹਾਂ। ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਅੱਜ ਭਾਰਤ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ। ਬੜੇ ਲੰਮੇ ਸਮੇਂ ਬਾਅਦ ਬਠਿੰਡੇ ਦੇ ਹਿੱਸੇ ਸੂਬਾ ਪੱਧਰੀ ਸਮਾਗਮ ਆਇਆ। ਭਗਵੰਤ ਮਾਨ ਹੋਰਾਂ ਨੇ ਆਪਣਾ ਭਾਸ਼ਣ ਦਿੱਤਾ, ਬਠਿੰਡੇ ਨਾਲ ਗੱਲਾਂ ਵੀ ਸਾਂਝੀਆਂ ਕੀਤੀਆਂ ਕਿ ਇਸੇ ਸਟੇਡੀਅਮ ਦੇ ਵਿੱਚ ਮੈਂ ਜਦੋਂ ਕਬੱਡੀ ਦੇ ਟੂਰਨਾਮੈਂਟ ਜਿਹੜਾ ਵਰਲਡ ਕੱਪ ਸੀ ਉਹਦੀ ਕਮੈਂਟਰੀ ਕਰਨ ਆਇਆ ਸੀ ਤਾਂ ਮੈਨੂੰ ਉਦੋਂ ਇੱਕ ਦੁਨੀਆ ਦੇ ਉੱਤੇ ਵਿਲੱਖਣ ਜਿਹੜੀ ਹੈ ਪਹਿਚਾਣ ਬਣੀ ਸੀ। ਭਾਵੇਂ ਮੈਂ ਕਮੇਡੀਅਨ ਸੀ, ਬਹੁਤ ਕੁਛ ਮਿਲਿਆ। ਇਹ ਕੁਦਰਤ ਦਾ ਅਸੂਲ ਹੈ। ਕਹਿੰਦੇ ਅੱਜ ਮੈਂ ਮੁੱਖ ਮੰਤਰੀ ਦੇ ਤੌਰ 'ਤੇ ਇੱਥੋਂ ਸੰਬੋਧਨ ਹੋ ਰਿਹਾ। ਬਿਲਕੁਲ ਦਾਨੇਵਾਲੀਆ ਸਾਹਿਬ, ਭਗਵੰਤ ਮਾਨ ਨੇ ਅੱਜ ਬਠਿੰਡੇ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਸੱਚਮੁੱਚ ਜਾਪਦਾ ਸੀ ਕਿ ਉਹਨੇ ਧਰਤੀ ਪੁੱਤਰ ਬਣ ਕੇ ਗੱਲ ਕੀਤੀ ਹੈ ਜੀ। ਜੰਮਣ ਭੋਏ ਬੇਸ਼ੱਕ ਉਹਦੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ, ਲੇਕਿਨ ਉਹ ਬਠਿੰਡੇ ਦੇ ਨਾਲ ਹੀ ਲੱਗਦੀ ਹੈ ਤੇ ਬਠਿੰਡੇ ਨੂੰ ਆਪਾਂ ਮਾਲਵੇ ਦੀ ਧੁੰਨੀ ਵਜੋਂ ਜਾਣਦੇ ਹਾਂ ਜੀ। ਮੇਰੇ ਖੜਕ-ਪੁੱਜ ਕਹਿ ਦਿੰਦੇ ਆ, ਖੜਕ-ਪੁੱਜਾ ਤਲਵਾਰ ਵਾਲੀ ਬਾਹ ਕਹਿ ਦਿੰਦੇ ਆ। ਵੈਸੇ ਜਿਹੜਾ ਦੱਖਣੀ ਪੰਜਾਬ ਦੀ ਧੁਰੀ ਆ ਉਹ ਇਹ ਹੈ। ਔਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਹਨਾਂ ਸਮਿਆਂ ਦੇ ਵਿੱਚ ਜਿਹੜਾ ਹੈਗਾ ਪਿਛਲੇ ਸਮੇਂ 'ਚ ਉਹ ਬਠਿੰਡੇ ਦਾ ਰਿਹਾ। ਕੋਈ ਜ਼ਮਾਨਾ ਸੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਜੀ, ਚਾਹੇ ਉਹ ਪਹਿਲਾਂ ਦੇਖੀਏ ਆਪਾਂ ਬਾਬੂ ਵਿਰਸ਼ਪਾਨ ਸੀ ਜਾਂ ਕੋਈ ਹੋਰ ਲੋਕ ਆਏ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣੇ, ਭੀਮ ਸੈਨ ਸੱਚਰ ਵਗੈਰਾ ਲੋਕ ਮੁੱਖ ਮੰਤਰੀ ਬਣੇ ਜੀ। ਉਹਨਾਂ ਦੇ ਬਾਰੇ ਕੋਈ ਬਹੁਤਾ ਪਤਾ ਨਹੀਂ, ਲੇਕਿਨ ਦੁਨੀਆ ਨੂੰ ਇਹ ਪਤਾ ਹੈ ਕਿ ਪ੍ਰਤਾਪ ਸਿੰਘ ਕੈਰੋਂ ਮਾਝੇ ਦਾ ਜਰਨੈਲ ਸੀ। ਉਹ ਮਾਝੇ ਦੇ ਵਿੱਚੋਂ ਆ ਕੇ ਉਹਨੇ 5-6 ਸਾਲ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਤੇ ਉਹਨੇ ਬੜੇ ਡਿਵੈਲਪਮੈਂਟ ਦੇ ਕੰਮ ਕਰਵਾਏ ਹੈ ਜੀ। ਵੇਲੇ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਦੇ ਤਾਲੁਕਾਤ ਅੱਛੇ ਸੀ। ਫਿਰ ਉਹ ਤੋਂ ਬਾਅਦ ਪੰਜਾਬੀ ਸੂਬਾ ਬਣ ਜਾਂਦਾ ਹੈ 1 ਨਵੰਬਰ 1966 ਨੂੰ, ਤੇ ਪੰਜਾਬੀ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣਦੇ ਹੈ ਜਸਟਿਸ ਗੁਰਨਾਮ ਸਿੰਘ ਜੀ। ਇਲੈਕਸ਼ਨ ਜਿਹੜੀ ਹੈਗੀ ਹੈ 67 'ਚ ਹੁੰਦੀ ਹੈ ਤੇ ਫਿਰ ਅਸੈਂਬਲੀ ਟੁੱਟ ਜਾਂਦੀ ਹੈ। ਟੁੱਟੀ ਅਸੈਂਬਲੀ ਇਸ ਕਰਕੇ ਕਿਉਂਕਿ ਜਿਹੜੀ ਜਨਸੰਘ ਸੀ ਜੀ, ਜਨਸੰਘ ਨੇ ਆ ਕੇ ਕਾਟੋ ਕਲੇਸ਼ ਪਾ ਲਿਆ ਸੀ। ਜਿਹੜੀ ਹੁਣ ਵਾਲੀ ਬੀਜੇਪੀ ਹੈ ਉਹਨਾਂ ਦਾ ਪਹਿਲਾਂ ਉਹਦੇ ਵਿੱਚ ਸ਼ਾਮਲ ਸੀ। ਵੈਸੇ ਇੰਟਰਸਟਿੰਗ ਗੱਲ ਇਹ ਹੈ ਕਿ ਪਹਿਲਾਂ ਜਨਸੰਘ ਤੇ ਅਕਾਲੀ ਦਲ ਇੱਕ ਦੂਜੇ ਦੇ ਵਿਰੋਧ 'ਚ ਖੜੇ ਸੀ। ਅੱਛਾ ਜੀ। ਜਦੋਂ ਪੰਜਾਬੀ ਸੂਬੇ ਦੀ ਲੜਾਈ ਚੱਲਦੀ ਹੁੰਦੀ ਸੀ ਤੇ ਉਦੋਂ
ਜਿਹੜੇ ਜਨਸੰਘ ਵਾਲੇ ਹੈ ਉਹਨਾਂ ਨੇ ਇਹ ਜਿਹੜਾ ਹੈਗਾ ਹਿੰਦੂ ਭਾਈਚਾਰੇ ਨੂੰ ਸੁਨੇਹਾ ਦਿੱਤਾ ਸੀ ਆਰੀਆ ਸਮਾਜੀ ਅਖਬਾਰਾਂ ਦੇ ਜ਼ਰੀਏ ਕਿ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਨਾ ਲਿਖਾਓ ਜੀ, ਹਿੰਦੀ ਲਿਖਾਓ। ਤੇ ਜਦੋਂ ਮਰਦਮਸ਼ੁਮਾਰੀ ਵਾਲੇ ਕਰਮਚਾਰੀ ਘਰੇ ਜਾਂਦੇ ਤੇ ਉਹ ਜਾ ਕੇ ਪੁੱਛਦੇ ਹਾਂਜੀ ਤੁਹਾਡੀ ਮਾਂ ਬੋਲੀ ਕੀ ਹੈ, ਉਹ ਦੱਸਦੇ ਹੁੰਦੇ ਪੰਜਾਬੀ ਚ, ਕਹਿੰਦੇ ਜੀ ਸਾਡੀ ਮਾਂ ਬੋਲੀ ਹਿੰਦੀ ਹੈ ਜੀ, ਬੋਲਦੇ ਪੰਜਾਬੀ ਚ ਹੁੰਦੇ ਸੀ ਤੇ ਇਹ ਲਿਖਾਉਂਦੇ ਹੁੰਦੇ ਸੀ। ਤੇ ਉਸੇ ਵੇਲੇ ਫਿਰ ਜਿਹੜੇ ਜਨਸੰਘੇ ਨੇ ਇੱਕ ਨਾਰਾ ਦਿੱਤਾ ਸੀ, ਦਾਨੇਵਾਲੀਆ ਸਾਹਿਬ ਮੇਰੇ ਉਹ ਨਾਰੇ ਯਾਦ ਆਉਂਦੇ ਹੈ, ਊੜੀ ਈੜੀ ਨਹੀਂ ਪੜ੍ਹੇਂਗੇ। ਤੇ ਇਧਰੋਂ ਫਿਰ ਆਪਣੇ ਅਕਾਲੀ ਦਲ ਵਾਲੇ ਆਦੇ ਹੁੰਦੇ ਸੀ ਵੀ ਧੋਤੀ ਟੋਪੀ ਜਮਨਾ ਪਾਰ, ਇਹ ਗੱਲ ਕਹਿੰਦੇ ਹੁੰਦੇ ਸੀ। ਫਿਰ ਬੀਜੇਪੀ ਵਾਲੇ ਨਾਲ ਜਿਹੜੇ ਬੀਜੇਪੀ ਦੀ ਜਿਹੜੀ ਪਹਿਲੀ ਜਮਾਤ ਸੀ ਉਹ ਕਹਿੰਦੇ ਹੁੰਦੇ ਸੀ ਕੱਚ ਕੜਾ ਕਿਰਪਾਨ ਭੇਜੋ ਇਹਨੂੰ ਪਾਕਿਸਤਾਨ। ਇਹ ਗੱਲਾਂ ਵੀ ਹੁੰਦੀਆਂ ਰਹੀਆਂ, ਇਹ 66 ਤੋਂ ਪਹਿਲਾਂ ਹੁੰਦੀਆਂ ਸੀ। ਫਿਰ ਜਦੋਂ ਪੰਜਾਬੀ ਸੂਬਾ ਬਣ ਗਿਆ ਤੇ ਇਕੱਠਿਆਂ ਨੇ ਇਲੈਕਸ਼ਨ ਲੜ ਲਈ ਜੀ। ਕਹਿੰਦੇ ਏਜੰਡਾ ਕੀ ਸੀ ਕਿ ਕਾਂਗਰਸ ਪਾਰਟੀ ਕੱਢਣੀ ਹੈ। ਉਹ ਇਲੈਕਸ਼ਨ ਲੜੀ 67 ਦੇ ਵਿੱਚ ਸਰਕਾਰ ਟੁੱਟ ਗਈ ਤੇ ਫਿਰ 69 ਦੇ ਵਿੱਚ ਦੁਬਾਰਾ ਇਲੈਕਸ਼ਨ ਫਿਰ ਹੁੰਦੀ ਹੈ। ਫਿਰ ਇਲੈਕਸ਼ਨ ਜਿਹੜੀ ਹੈ ਹੋਣ ਤੋਂ ਬਾਅਦ ਫਿਰ ਇਕੱਠੇ ਹੋ ਜਾਂਦੇ। 69 ਦੇ ਵਿੱਚ ਹੀ ਗੁਰੂ ਨਾਨਕ ਦੇਵ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਆ ਗਿਆ। ਜਸਟਿਸ ਗੁਰਨਾਮ ਸਿੰਘ ਪ੍ਰਤੀਬੱਧ ਇੱਕ ਸਿੱਖ ਸੀ, ਉਹਨੇ ਦੋ ਗੱਲਾਂ ਕੀਤੀਆਂ। ਇੱਕ ਤਾਂ ਉਹਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਜਿਹੜਾ ਬਠਿੰਡੇ ਵਾਲਾ ਜਿਹਦੀਆਂ ਚਿਮਨੀਆਂ ਚੋਂ ਧੂੰਆਂ ਉਹਦਾ ਸਾਰੇ ਦਾ ਧੂੰਆਂ ਕੱਢ ਨਿਕਲ ਗਿਆ ਤਾਂ ਇਹ ਉਹਨਾਂ ਨੇ ਨੀਂਹ ਪੱਥਰ 1969 ਦੇ ਵਿੱਚ ਇਹਦਾ ਰੱਖਿਆ ਸੀ। ਤੇ ਦੂਜੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜੀ। ਤੇ ਉਦੋਂ ਫਿਰ ਜਨਸੰਘੀ ਜਿਹੜੇ ਸੀ ਉਹਨਾਂ ਨੇ ਰੌਲਾ ਪਾਇਆ, ਕਹਿੰਦੇ ਜੀ ਗਲਤ ਕਰ ਲਿਆ ਤੁਸੀਂ। ਅਸੀਂ ਕਹਿੰਦੇ ਜੀ ਤੁਸੀਂ ਬਣਾਓ DAV ਯੂਨੀਵਰਸਿਟੀ ਜਲੰਧਰ। ਅੱਛਾ। ਜਸਟਿਸ ਗੁਰਨਾਮ ਸਿੰਘ ਨੇ ਕਿਹਾ ਕਿ ਹੁਣੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਇਸ ਮੌਕੇ ਤੇ ਇਹੀ ਬਣੂਗੀ। ਕੱਲ ਨੂੰ ਜਦੋਂ ਭਾਈ ਤੁਸੀਂ ਤੁਹਾਡਾ ਕੋਈ ਤਿੱਥ ਤਿਉਹਾਰ ਹੋ ਗਿਆ, DAV ਆ ਗਈ, ਕਿਸੇ ਦਾ ਹੋਰ ਆ ਗਿਆ, ਤਾਂ ਅਸੀਂ ਜ਼ਰੂਰ ਬਣਾ ਦਿਆਂਗੇ, ਕੋਈ ਗੱਲ ਨਹੀਂ, ਯੂਨੀਵਰਸਿਟੀ ਨੇ ਬਣਾਉਣੀਆਂ। ਫਿਰ ਇਸ ਗੱਲ ਦੇ ਉੱਤੇ ਰੌਲਾ ਪਿਆ ਵੀ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹਦੇ ਨਾਲ ਕਾਲਜ ਕਿਹੜੇ ਜੁੜੇ ਜਾਣ। ਇਹ ਗੱਲ ਆ ਗਈ ਕਿ ਦੁਆਬੇ ਦੇ ਕਾਲਜ ਜੋੜਤੇ ਜਾਣ, ਨੇੜੇ ਪੈਂਦਾ। ਉੱਥੇ ਇਹਨਾਂ ਨੇ ਰੌਲਾ ਫਿਰ ਪਾਇਆ ਵੀ ਨਹੀਂ, ਇਸ ਤਾਂ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨਾਲ ਹੀ ਰਹਿਣਾ ਪੈਣਾ। ਮਤਲਬ ਇਹ ਬੜੇ ਹੀ ਉਤਰਾਅ ਚੜਾਵ ਜਿਹੜੇ ਬੜੇ ਇੰਟਰਸਟ ਹੁੰਦੇ ਰਹੇ। ਖੈਰ ਉਹਨਾਂ ਨੇ ਕੀਤਾ। ਤੇ ਫਿਰ ਆਪਾਂ ਦੇਖੀਏ ਜਿਹੜੀ ਆਪਾਂ ਆ ਗਏ ਤਾਂ ਮਾਲਵੇ ਦੇ ਵਿੱਚ ਆਉਂਦੀ ਹੈ ਸੱਤਾ ਮਾਲਵੇ ਚ ਆਉਂਦੀ ਹੈ 1972 ਦੇ ਵਿੱਚ, ਜਦੋਂ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਬਣਦੇ। ਗਿਆਨੀ ਜੈਲ ਸਿੰਘ MLA ਭਾਵੇਂ ਅਨੰਦਪੁਰ ਸਾਹਿਬ ਤੋਂ ਬਣੇ ਸੀ ਪਰ ਉਹਨਾਂ ਦੀ ਜੰਮਣ ਭੋਏ ਸੰਧਮਾ ਇਹ ਮੌਜੂਦਾ ਪੂਰੇ ਤੇ ਫਰੀਦਕੋਟ ਦੇ ਵਿੱਚ ਮੌਜੂਦਾ ਜਿਹੜੇ ਸਪੀਕਰ ਆ ਸਾਡੇ, ਇਹਨਾਂ ਦੇ ਚਾਚਾ ਜੀ ਸੀ ਗਿਆਨੀ ਜੈਲ ਸਿੰਘ। ਨਹੀਂ ਦਾਦਾ ਜੀ, ਚਾਚਾ ਮਤਲਬ ਹਾਂ ਇਹਦੇ ਪਿਤਾ ਦੇ ਚਾਚਾ ਜੀ ਸੀ ਤੇ ਇਹਦੇ ਦਾਦਾ ਜੀ ਸੀ। ਠੀਕ ਹੈ। ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ ਆਉਂਦੇ। ਪ੍ਰਕਾਸ਼ ਸਿੰਘ ਬਾਦਲ 78 ਚ ਬਣਦੇ ਹੈ, 77 78 ਦੇ ਵਿੱਚ ਬਣ ਕੇ ਤੇ ਉਹ ਰਹਿੰਦੇ ਹੈ। ਉਹ ਤੋਂ ਬਾਅਦ ਫਿਰ ਜਿਹੜਾ ਹੈਗਾ ਲੰਬਾ ਸਮਾਂ ਰਾਸ਼ਟਰਪਤੀ ਰਾਜ ਲੱਗਦਾ ਹੈ। ਸੁਰਜੀਤ ਸਿੰਘ ਬਰਨਾਲਾ ਬਣਦੇ ਹੈ ਤੇ ਬਰਨਾਲਾ ਵੀ ਮਾਲਵੇ ਦੇ ਵਿੱਚ ਆਉਂਦਾ। ਠੀਕ ਹੈ ਨੀ। ਸੁਰਜੀਤ ਸਿੰਘ ਬਰਨਾਲੇ ਤੋਂ ਬਾਅਦ ਫਿਰ ਬੇਅੰਤ ਸਿੰਘ ਬਣਦੇ ਹੈ ਤੇ ਬੇਅੰਤ ਸਿੰਘ ਬਣਦੇ ਤਾਂ ਭਾਵੇਂ ਮਲਵਈ ਹੈ ਪਰ ਹੈ ਥੋੜਾ ਜਿਹਾ ਪਾਸੇ ਚਲੇ ਗਏ। ਉਹ ਦੱਖਣੀ ਪੰਜਾਬ ਚੋਂ ਨਹੀਂ ਸੀ। ਠੀਕ ਹੈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬਣਦੇ ਆ 2 ਵਾਰੀ, 2002 ਦੇ ਵਿੱਚ ਤੇ 2017 ਚ ਇਹ ਵੀ ਮਲਵਈ। ਬਾਦਲ ਸਾਹਿਬ ਤਾਂ ਫਿਰ ਤੁਹਾਨੂੰ ਪਤਾ 7 ਤੋਂ ਲੈ ਕੇ 17 ਤੱਕ ਮਾਲਵੇ ਦੀ ਜਿਹੜੀ ਪੋਲੀਟੀਕਲੀ ਮਾਲਵਾ ਬੜਾ ਇੰਪੋਰਟੈਂਟ ਹੈ। ਸੋ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜੀ ਅੱਜ ਗੱਲ ਕਹੀ ਹੈ ਉਹ ਉਹਨਾਂ ਨੇ ਆਪਣੀ ਯਾਦ ਤਾਜ਼ਾ ਕੀਤੀ ਹੈ ਕਿ ਵਰਲਡ ਪੰਜਾਬੀ ਵਰਲਡ ਜਿਹੜਾ ਸੀਗਾ ਤੁਹਾਡਾ ਕਬੱਡੀ ਕੱਪ, ਮੈਂ ਇੱਥੇ ਕਮੈਂਟਰੀ ਕੀਤੀ ਹੈ, ਤੁਸੀਂ ਵੀ ਕਮੈਂਟਰੀ ਸੁਣੀ ਹੈ ਤੇ ਮੈਂ ਵੀ ਕਮੈਂਟਰੀ ਸੁਣੀ ਹੈ। ਉਹਨੇ ਕਿਹਾ ਫਿਰ ਮੈਨੂੰ ਇੱਕ ਵੱਖਰੀ ਪਛਾਣ ਬਣੀ, ਮੈਂ ਦੁਨੀਆ ਜਿੱਥੇ ਵੀ ਕੀਤਾ ਜਾਂਦੇ ਸੀ ਕਹਿੰਦੇ ਸੀ ਉਹ ਆ ਗਿਆ ਭਗਵੰਤ ਮਾਨ। ਤੇ ਅੱਜ ਜਦੋਂ ਬੰਦਾ ਮੁੱਖ ਮੰਤਰੀ ਬਣ ਕੇ ਆਇਆ ਤੇ ਫਿਰ ਉਸੇ ਗਰਾਊਂਡ 'ਚ ਜਿੱਥੇ ਕਦੇ ਕਮੈਂਟਰੀ ਕੀਤੀ ਸੀ ਉੱਥੇ ਅੱਜ ਬਤੌਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਡਰੈਸ ਕਰਦਾ ਲੋਕਾਂ ਨੂੰ। ਤੇ ਵੈਸੇ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਥੋੜੀ ਜਿਹੀ ਬਹੁਤੀ ਤਾਂ ਕਿਉਂਕਿ ਪੋਲੀਟੀਕਲ ਬੰਦੇ ਨੇ ਰਾਜਨੀਤੀ ਤਾਂ ਕਰਨੀ ਹੁੰਦੀ ਹੈ, ਇੰਨੇ ਤੱਕ ਖੇਡੇ ਬਿਨਾਂ ਸਵਾਦ ਵੀ ਨਹੀਂ ਹੁੰਦਾ। ਹਾਂ, ਖੇਡੇ ਬਣਾਣੇ ਜੇ ਕੱਲਾ ਨੀਰਸ ਜਿਹਾ ਭਾਸ਼ਣ ਹੋਵੇ ਉਹ ਵੀ ਸਵਾਦ ਨਹੀਂ ਦਿੰਦਾ। ਉਹਨਾਂ ਨੇ ਆਪਣੇ ਵਿਰੋਧੀਆਂ ਦੇ ਮਤਲਬ ਜਿਹੜੇ ਸੱਭਿਅਕ ਢੰਗ ਨਾਲ ਗਿੱਟੇ ਵੀ ਸੇਕੇ, ਪਰ ਜਿਹੜੀ ਹੈ ਕੁੱਲ ਮਿਲਾ ਕੇ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਹੈ ਕਿ ਪੰਜਾਬ ਦਾ ਆਜ਼ਾਦੀ ਦੇ ਸੰਗਰਾਮ ਵਿੱਚ ਕਿੱਡਾ ਵੱਡਾ ਰੋਲ, ਬਹੁਤ ਵੱਡਾ ਯੋਗਦਾਨ, ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਹੈ। ਕਿਹੋ ਜਿਹੀਆਂ ਪੰਜਾਬ ਦੇ ਉੱਤੇ ਜਾਂ ਭਾਰਤ ਦੇ ਉੱਤੇ ਮੁਸੀਬਤਾਂ ਆਈਆਂ, ਉਹਨਾਂ ਮੁਸੀਬਤਾਂ ਦੇ ਵਿੱਚ ਪੰਜਾਬ ਖੜਗ ਭੁਜਾ ਬਣ ਕੇ ਖੜਿਆ, ਤਲਵਾਰ ਵਾਲੀ ਬਾਂਹ ਬਣ ਕੇ ਖੜਿਆ। ਔਰ ਪੰਜਾਬ ਦੀ ਝਾਕੀ ਨੂੰ ਅੱਜ ਜਿਹੜਾ ਹੈਗਾ ਦਿੱਲੀ ਵਾਲੀ ਗਣਤੰਤਰਤਾ ਦਿਵਸ ਵਾਲੀ ਪਰੇਡ ਦੇ ਵਿੱਚੋਂ ਲਾਂਭੇ ਕਰ ਦੇਣਾ, ਇਹ ਗੱਲ ਠੀਕ ਨਹੀਂ। ਬੀਜੇਪੀ ਦੇ ਮੈਂ ਕੁਝ ਬੁਲਾਰਿਆਂ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਸੀ ਜੀ 7 ਜਿਹੜੇ
ਹੁੰਦੇ ਹੈ, Round. ਟੈਸਟ ਰਾਊਂਡ ਹੁੰਦੇ ਆ, ਉਹਨਾਂ 7 ਦੇ ਵਿੱਚੋਂ ਪੰਜਾਬ ਨੇ ਤਾਂ 3 ਹੀ ਕਲੀਅਰ ਕੀਤੇ ਹੈ। ਮੰਨ ਲਓ 3 ਕਲੀਅਰ ਕੀਤੇ ਹੈ, ਕੀ ਜਿਹੜੀ ਪੰਜਾਬ ਦੀ ਇਤਿਹਾਸਕ ਮਹੱਤਤਾ ਉਹਨੂੰ ਤੁਸੀਂ ਇਗਨੋਰ ਕਰ ਦਿਓਗੇ? ਇਗਨੋਰ ਕਰ ਦਿਓਗੇ ਇੰਨੇ ਨਾਲ? 100 ਜੇ ਬੰਦਿਆਂ ਦੇ ਵਿੱਚੋਂ ਜੋ 100 ਬੰਦਿਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਲੱਗੀਆਂ ਤੇ ਉਹਦੇ ਵਿੱਚੋਂ 90 ਪੰਜਾਬੀ ਹੈ, ਤੇ ਕੀ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਨੂੰ ignore ਕਰ ਸ਼ਹਾਦਤ ਨੂੰ ਕਰ ਦਿਓਗੇ? ਕਾਂਗਰਸ ਪਾਰਟੀ ਨੇ ਦਾਨੇ ਵਾਲੀਆ ਜੀ, ਜੀ ਕਾਂਗਰਸ ਪਾਰਟੀ ਨੇ 1930 ਤੱਕ ਸੰਪੂਰਨ ਆਜ਼ਾਦੀ ਦਾ ਨਾਅਰਾ ਨਹੀਂ ਸੀ ਲਾਇਆ। ਸੰਪੂਰਨ ਆਜ਼ਾਦੀ ਦਾ ਨਾਅਰਾ ਜੇ ਕਿਸੇ ਨੇ ਲਾਇਆ ਸੀ ਤਾਂ ਉਹ ਸੀ ਗਦਰ ਲਹਿਰ। ਗਦਰ ਲਹਿਰ। ਤੇ ਗਦਰ ਲਹਿਰ ਦੇ ਬਾਨੀ ਪ੍ਰਧਾਨ ਕੌਣ ਸੀ? ਬਾਬਾ ਸੋਹਣ ਸਿੰਘ ਪਕਣਾ। ਉਹ ਕੌਣ ਸੀ? ਉਹ ਪੰਜਾਬੀ ਸੀ। ਤੇ ਗਦਰ ਲਹਿਰ ਦਾ, ਜਾਂ ਸਾਡੀ ਅਸੀਂ ਜੇ ਕਹਿ ਦਈਏ ਆਜ਼ਾਦੀ ਦੀ ਲੜਾਈ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸੀ ਕਰਤਾਰ ਸਿੰਘ ਸਰਾਭਾ। ਬਿਲਕੁਲ। ਇਹ ਸਾਰੀਆਂ ਗੱਲਾਂ ਨੂੰ ਜੇ ਆਪਾਂ ਦੇਖੀਏ ਤੇ ਜਦੋਂ ਵੀ ਕੋਈ ਜੰਗਾਂ ਲੱਗੀਆਂ, ਚਾਹੇ ਉਹ 62 ਦੀ ਹੈ, ਚਾਹੇ ਉਹ 65 ਦੀ ਹੈ, ਚਾਹੇ ਉਹ 71 ਦੀ ਹੈ, ਚਾਹੇ ਉਹ 1999 ਵਾਲੀ ਕਾਰਗਿਲ ਦੀ ਜੰਗ ਹੈ, ਚਾਹੇ ਆ ਹੁਣ ਗੁਲਵਾਨ ਦੀ ਘਾਟੀ ਦੇ ਵਿੱਚ ਹੋਇਆ, ਤੇ ਇੱਥੇ ਸ਼ਹੀਦੀਆਂ ਕਿਹਦੀਆਂ ਹੋਈਆਂ ਜ਼ਿਆਦਾ? ਉਹ ਵੀ ਪੰਜਾਬੀਆਂ ਦੀਆਂ। ਇਸ ਕਰਕੇ ਪੰਜਾਬ ਨੂੰ ਨਜ਼ਰਅੰਦਾਜ਼ ਕਰਨਾ ਉਸ ਝਾਕੀ ਦੇ ਵਿੱਚੋਂ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡੀ ਭੁੱਲ ਹੈ ਜਿਹੜੀ ਸਾਡੀ ਕੇਂਦਰ ਸਰਕਾਰ ਦੀ, ਔਰ ਜਿਹੜਾ ਇਹਨੂੰ ਮਾਮਲੇ ਨੂੰ ਉਠਾਇਆ ਭਗਵੰਤ ਸਿੰਘ ਮਾਨ ਨੇ, ਵਾਜਬ ਉਠਾਇਆ, ਇਹਦੀ ਘੱਟੋ ਘੱਟ ਸਾਨੂੰ ਤਾਰੀਫ ਕਰਨੀ ਬਣਦੀ ਹੈ। ਅਸੀਂ ਇੱਥੇ ਭਗਵੰਤ ਸਿੰਘ ਮਾਨ ਦੇ ਨਾਲ ਖੜੇ ਹਾਂ। ਉਹਨਾਂ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ, ਨੀਤੀਆਂ ਨਾਲ ਕਈ ਵਾਰੀ ਆਪਾਂ ਡਿਫਰ ਕਰ ਜਾਂਦੇ, ਕੋਈ ਖਾਸ ਗੱਲ ਨਹੀਂ। ਚਲੋ ਪੰਜਾਬ ਦੀ ਗੱਲ ਤਾਂ ਕੀਤੀ ਹੈ ਨਾ, ਇਹ ਡੈਮੋਕ੍ਰੇਸੀ ਦੇ ਵਿੱਚ ਹੋਣੀ ਚਾਹੀਦੀ ਹੈ। ਅਗਲੀ ਭਗਵੰਤ ਸਿੰਘ ਮਾਨ ਨੇ ਜਿਹੜੀ ਗੱਲ ਕੀਤੀ ਹੈ, ਉਹਨੇ ਆਪਦੀ ਪ੍ਰਤੀਬੱਧਤਾ ਦੁਹਰਾਈ ਹੈ ਕਿ ਮੈਂ ਜਿਹੜੀ ਹੈਗੀ ਇਮਾਨਦਾਰੀ ਨਾਲ ਜਿਹੜੀ ਹੈ ਸੇਵਾ ਕਰਨੀ ਚਾਹੁੰਦਾ। ਉਹਦੇ ਵਿੱਚ ਉਹਨੇ ਜਿਹੜੀ ਗੱਲ ਕਹੀ ਹੈ ਕਿ ਜਿੱਦਣ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਰੇਤੇ ਦੀਆਂ ਖੱਡਾਂ ਦੇਤੀਆਂ ਜਾਂ ਬੱਸਾਂ ਵਗੈਰਾ ਦੇ ਪਰਮਿਟ ਦੇਤੇ, ਮਤਲਬ ਲਾਹੇ ਵਾਲਾ ਜਿਹਦੇ ਵਿੱਚੋਂ ਕਮਾਈ ਕਰਨੀ, ਕਮਾਈ ਧੰਦਾ ਕੀਤਾ ਜਿਹੜਾ ਟੇਢੇ ਢੰਗ ਦੇ ਨਾਲ, ਚਲੋ ਜੇ ਕੋਈ ਵਾਜਬ ਹੈ, ਕਿਸੇ ਦਾ ਕੋਈ ਹੱਕ ਬਣਦਾ, ਕੋਈ ਕੰਪੀਟੀਸ਼ਨ ਚ ਆਉਂਦਾ ਆ ਕੇ ਲੈ ਲੇ ਤਾਂ ਲੈ ਲੇ। ਪਰ ਜੇ ਉਹ ਕਹਿੰਦਾ ਵੀ ਮੈਂ ਕਿਸੇ ਤਰੀਕੇ ਨਾਲ ਦੇਊਂਗਾ, ਤਾਂ ਉਹਦਾ ਕਹਿੰਦਾ ਇਹ ਸਮਝ ਲਓ ਕਿ ਮੈਂ ਉਸ ਦਿਨ ਆਪਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕਰੂੰਗਾ। ਗਣਤੰਤਰਤਾ ਦਿਵਸ ਦੇ ਮੌਕੇ ਕਿਸੇ ਮੁੱਖ ਮੰਤਰੀ ਵੱਲੋਂ ਐਡੀ ਵੱਡੀ ਗੱਲ ਕਹਿ ਦੇਣਾ, ਇਹ ਛੋਟੀ ਨਹੀਂ ਹੁੰਦੀ, ਇਹ ਵੱਡੀ ਗੱਲ ਹੁੰਦੀ ਹੈ। ਉਹਨਾਂ ਨੇ ਕਹੀ ਹੈ, ਬਠਿੰਡੇ ਦੀ ਧਰਤੀ ਤੇ ਆ ਕੇ ਕਹੀ ਹੈ, ਤੇ ਮੈਂ ਇਸੇ ਕਰਕੇ ਕਹਿਣਾ ਕਿ ਚਲੋ ਠੀਕ ਹੈ, ਕੰਮ ਕਰਦਿਆਂ ਤੋਂ ਬਹੁਤ ਕੁਝ ਗਲਤੀਆਂ ਫਲਤੀਆਂ ਹੋ ਜਾਂਦੀਆਂ ਬੜੀਆਂ। ਜਿਹੜੇ ਇਲੈਕਸ਼ਨਾਂ ਵੇਲੇ ਜਿਹੜੇ ਵਾਅਦੇ ਹੁੰਦੇ, ਉਹ ਵਾਅਦੇ ਕਦੇ ਸਾਰੇ ਪੂਰੇ ਨਹੀਂ ਹੁੰਦੇ, ਲੇਕਿਨ ਫਿਰ ਵੀ ਜੇ ਆਪਾਂ ਦੇਖੀਏ ਤਾਂ ਕੁਝ ਇੱਕ ਗੱਲਾਂ ਹੈਗੀਆਂ ਜਿਹੜੀਆਂ ਗੱਲਾਂ ਪੋਜ਼ਿਟਿਵ ਹੈਗੀਆਂ। ਜੇ ਚਲੋ ਸੰਕਟ ਆਪਦੀ ਥਾਂ ਦੇ ਉੱਤੇ ਬਹੁਤ ਵੱਡਾ ਸੰਕਟ ਹੈ, ਸਾਡਾ ਆਰਥਿਕ ਸੰਕਟ, ਪਰ ਜਿਹੜੀ ਉਹ 600 ਯੂਨਿਟ ਮਾਫ ਕੀਤੀ ਹੈ 2 ਮਹੀਨਿਆਂ ਦੇ ਸਰਕਲ ਦੇ ਵਿੱਚ, ਇਹ ਵੀ ਦਾਨੇਵਾਲ ਸਭ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਔਰ ਜਿਹੜੀ ਹੈ ਬਿਜਲੀ ਦੇ ਸੁਧਾਰਾਂ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਨੂੰ ਸ਼ਾਬਾਸ਼ ਦਿੱਤੀ ਹੈ। ਅੱਜ ਅਖਬਾਰਾਂ 'ਚ ਖਬਰਾਂ ਲੱਗੀਆਂ ਵੀ ਹੈ, ਉਹਨਾਂ ਨੇ ਕਿਹਾ ਜੀ ਕੇਂਦਰ ਪੰਜਾਬ ਦੀ ਜਿਹੜੀ ਹੈਗੀ ਕਾਰਗੁਜ਼ਾਰੀ ਠੀਕ ਹੈ। ਸੋ ਗਣਤੰਤਰਤਾ ਦਿਵਸ ਦੇ ਮੌਕੇ ਦੇ ਉੱਤੇ ਆਪਾਂ ਜਿੱਥੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਾਂ, ਉੱਥੇ ਅਸੀਂ ਫੇਰ ਕਹਾਂਗੇ ਭਗਵੰਤ ਸਿੰਘ ਮਾਨ ਨੂੰ ਕਿ ਚਲ ਠੀਕ ਹੈ, ਤੁਸੀਂ ਜਿਹੜੀ ਇੱਥੇ ਪ੍ਰਤਿੱਗਿਆ ਕੀਤੀ ਹੈ ਇਹਦੇ ਤੇ ਪਹਿਰਾ ਜ਼ਰੂਰ ਦਿਓ। ਜੀ। ਤੇ ਢਿੱਲੋਂ ਸਾਹਿਬ, ਜੇ ਤਮਾਮ ਗੱਲਬਾਤ ਕਰੀਏ ਜਿਸ ਢੰਗ ਦੇ ਨਾਲ ਗੁਰਪੰਤ ਪੰਨੂ ਨੇ ਕਿਹਾ ਸੀਗਾ ਕਿ ਇੱਥੇ ਲੋਕ ਨਾ ਆਉਣ, ਕਿਸੇ ਵੀ ਅਸੀਂ ਹਮਲਾ ਕਰ ਸਕਦੇ ਹਾਂ, ਉਸ ਸਥਿਤੀ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਸ ਤਰ੍ਹਾਂ ਦਾ ਰਿਹਾ ਅੱਜ ਦਾ ਇਹ ਦਿਨ, ਸੁਰੱਖਿਆ ਪੱਖੋਂ, ਲੋਕਾਂ ਦੀ ਸ਼ਮੂਲੀਅਤ ਪੱਖੋਂ ਤੇ ਹੋਰ ਆਲੇ ਦੁਆਲੇ ਦੇ ਪੱਖੋਂ? ਨਹੀਂ, ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਬੰਦਾ ਧਮਕੀ ਦਿੰਦਾ ਤਾਂ ਸੁਰੱਖਿਆ ਦਾ ਰਿਸਕ ਪ੍ਰਸ਼ਾਸਨ ਕਦੇ ਵੀ ਨਹੀਂ ਲੈ ਸਕਦਾ। ਪ੍ਰਸ਼ਾਸਕ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਸੀ, ਸੁਰੱਖਿਆ ਦੇ ਬੜੇ ਸਖਤ ਪ੍ਰਬੰਧ ਕੀਤੇ ਸੀ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਫੋਰਸ ਵੀ ਮੰਗਵਾਈ ਗਈ ਸੀ। ਪਰ ਜਿੱਥੋਂ ਤੱਕ ਲੋਕਾਂ ਦਾ ਰਿਸਪੌਂਸ ਹੈ, ਲੋਕਾਂ ਦੇ ਰਿਸਪੌਂਸ ਦੇ ਵਿੱਚ ਕੋਈ ਕਮੀ ਨਹੀਂ ਰਹੀ। ਜੇ ਆਪਾਂ ਸਕੂਲੀ ਬੱਚਿਆਂ ਤੋਂ ਲੈ ਕੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਸਟੇਡੀਅਮ ਭਰਿਆ ਸੀ, ਔਰ ਸਟੇਡੀਅਮ ਨੂੰ ਭਰਨ ਵਾਸਤੇ ਆਪਾਂ ਜਾਣਦੇ ਹਾਂ ਇਸ ਗੱਲ ਨੂੰ ਕਿ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਉਹ ਹਿੰਮਤ ਤਾਂ ਕਰਨੀ ਪੈਂਦੀ ਹੈ, ਸਾਰਾ ਕੁਝ ਕਰਨਾ ਪੈਂਦਾ। ਕਿਉਂਕਿ ਬਸੰਤ ਪੰਚਮੀ ਵੀ ਸੀ, ਉਹਦਾ ਵੀ ਅਸਰ ਦੇਖਣ ਨੂੰ ਨਹੀਂ। ਦੇਖੋ ਗੱਲ ਇਹ, ਮੈਂ ਹੁਣ ਜੇ ਸਹੀ ਮਾਇਨੇ 'ਚ ਪੁੱਛੂੰ ਕਿ ਬਸੰਤ ਪੰਚਮੀ ਨੌਜਵਾਨਾਂ ਦਾ ਜਿਹੜਾ ਹੈਗਾ, ਜਾਂ ਜਿਹੜੀ ਹੈ ਬਸੰਤ ਦਾ ਜਿਹੜਾ ਬਸੰਤ ਹੈ ਅੱਜ, ਬਸੰਤ ਨੌਜਵਾਨਾਂ ਦਾ ਤਿਉਹਾਰ ਹੈ, ਤੇ ਉਹ ਖੁੱਲ੍ਹ ਕੇ ਮਨਾਉਂਦੇ ਹੈ, ਉਹ ਗੀਤ ਵੀ ਗਾਉਂਦੇ ਆ, ਉਹ ਗਾਣੇ ਵੀ ਸੁਣਦੇ ਆ, ਤੇ ਉਹ ਪਤੰਗ ਵੀ ਚੜਾਉਂਦੇ ਆ। 26 ਜਨਵਰੀ 15 ਅਗਸਤ ਬਹੁਤ ਪੁਰਾਣਾ ਹੋ ਗਿਆ ਸਿਲਸਿਲਾ, ਇਹਨੂੰ ਲੋਕ ਜਿਹੜੀ ਹੈਗੀ ਆਪਾਂ ਮਜਬੂਰੀ ਚਾਹੁੰਦੇ ਵੀ ਯਾਰ ਇਹਦਾ ਜਾਣਾ ਹੀ ਪੈਣਾ, ਕਿਉਂਕਿ ਜੇ ਸਕੂਲੀ ਬੱਚਿਆਂ ਨੂੰ ਕਵਾਂਗੇ, ਟੀਚਰਾਂ ਨੂੰ ਕਵਾਂਗੇ, ਸਰਕਾਰੀ ਮੁਲਾਜ਼ਮਾਂ ਨੂੰ ਕਵਾਂਗੇ, ਉਹਨਾਂ ਨੂੰ ਤਾਂ ਆਉਣਾ ਹੀ ਪੈਣਾ, ਉਹਨਾਂ ਦੀ ਮਜਬੂਰੀ ਹੁੰਦੀ ਹੈ। ਪਰ ਜਿਹੜੀ ਬਸੰਤ ਵਾਲੀ ਗੱਲ ਉਹ ਆਪਣੀ ਥਾਂ ਦੇ ਉੱਤੇ ਜ਼ਿਆਦਾ ਰੁਝਾਨ ਲੋਕਾਂ ਦਾ ਉੱਧਰ ਰਹਿੰਦਾ। ਪਰ ਉਹਦੇ ਬਾਵਜੂਦ ਵੀ ਆਪਾਂ ਦੇਖੀਏ ਤਾਂ ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਸੱਦਾ ਸੀ, ਉਸ ਸੱਦੇ ਨੂੰ ਬਹੁਤਾ ਗੌਲਿਆ ਨਹੀਂ ਲੋਕਾਂ ਨੇ। ਜੀ। ਸੋ ਨਾਲ ਦੀ ਨਾਲ ਇੱਕ ਚੀਜ਼ ਉਹ ਵੀ ਦੇਖਣ ਨੂੰ ਮਿਲੀ ਕਿ ਬੜੀ ਹੈਰਾਨੀ ਦੀ ਗੱਲ ਹੈ, ਲੋਕ ਪਤਾ ਨਹੀਂ ਕਦੋਂ ਸਮਝਣਗੇ,
ਪ੍ਰਸ਼ਾਸਨ ਨੇ ਸਾਰੇ ਪੰਜਾਬ ਦੇ ਵਿੱਚ ਹੀ, ਸਾਡੇ ਡੀਸੀ ਨੇ ਸਾਹਿਬ ਨੇ ਤਾਂ ਸਪੀਕਰ ਲਵਾ ਲਾ, ਰਿਕਸ਼ੇ ਹੋਰ ਸਾਰਾ ਕੀਤਾ, ਭਾਈ ਆ ਚਾਈਨਾ ਡੋਰ ਨਾ ਵਰਤਿਓ, ਚਾਈਨਾ ਡੋਰ ਨਾ ਵਰਤਿਓ। ਤੇ ਢਿੱਲੋਂ ਸਾਹਿਬ ਬੜਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿ ਜਿੱਥੇ ਮੁੱਖ ਮੰਤਰੀ ਸਾਹਿਬ ਝੰਡਾ ਲਹਿਰਾ ਰਹੇ ਸੀ ਉੱਥੇ ਇਸੇ ਗੱਲ ਦਾ ਧਿਆਨ ਰੱਖਦੇ ਵੀ ਕਿਸੇ ਪਾਰਟਿਸਪੈਂਟ ਦੇ ਸੱਟ ਨਾ ਵੱਜੇ ਤੇ ਜਿਹੜੇ ਵਲੰਟੀਅਰ ਸੀ ਉਹ ਜਿਹੜੀ ਚਾਈਨਾ ਡੋਰ ਇਕੱਠੀ ਕਰਦੇ ਦਿਖਾਈ ਦਿੱਤੇ। ਨਹੀਂ ਦੇਖੋ, ਸਾਰੀਆਂ ਗੱਲਾਂ ਜੇ ਆਪਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਛੱਡ ਦਿਆਂਗੇ, ਮੈਂ ਤਾਂ ਇਹ ਗੱਲ ਕਰਦਾ ਲੋਕਾਂ ਦੀ ਗੱਲ ਦੀ ਆ ਲੋਕਾਂ ਦੇ, ਹੁਣ ਜੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਆਪਾਂ ਹੁਣ ਕਿਹਦੀ ਗੱਲ ਨਹੀਂ ਵੜਦੀ। ਹੁਣ ਤੁਸੀਂ ਦੇਖੋ ਕਿੰਨੇ ਹਾਦਸੇ ਹੁੰਦੇ ਆ, ਕਿੰਨੇ ਲੋਕ ਜ਼ਖਮੀ ਹੁੰਦੇ ਆ, ਬਜ਼ੁਰਗਾਂ ਦੀਆਂ ਕਈਆਂ ਦੀਆਂ। ਇੱਕ ਸਾਡੇ ਬੀਬੀ ਵਾਲਾ ਚੌਕ ਦੀ ਜਿਹੜੀ ਖਬਰ ਆਈ ਹੈ, ਉੱਥੇ ਇੱਕ ਬੰਦੇ ਦੀ ਉਂਗਲੀ ਲੈ ਗਈ ਨਾਲੋਂ। ਦੱਸੋ, ਮੈਨੂੰ ਆ ਡਾਕਟਰ ਦਿਓਲ ਨੇ ਭੇਜੀ ਹੈ ਜੀ। ਢਿੱਲੋਂ ਸਾਹਿਬ ਮੋਟਰਸਾਈਕਲ ਤੇ ਜਾ ਰਿਹਾ ਸੀ ਮੁੰਡਾ, ਬੂਟ ਦੇ ਵਿੱਚੋਂ ਦੀ, ਦੇਖੋ ਬੂਟ ਕਿੱਡਾ ਹੁੰਦਾ, ਉਹਦੇ ਵਿੱਚ ਦੀ ਤਾਂ ਫਿਰ ਕੇ ਚਾਈਨਾ ਡੋਰ ਉਹਦਾ ਪੈਰ ਵੱਢਤਾ। ਦੱਸੋ, ਫਿਰ ਇਸ ਕਰਕੇ ਨੇ ਇਹ ਤਾਂ ਲੋਕਾਂ ਨੂੰ ਆਪਾਂ ਤਾਂ ਇਹ ਵੀ ਕਹਿ ਸਕਦੇ ਹਾਂ ਵੀ ਵਾਹਿਗੁਰੂ ਸਮਤ ਬਖਸ਼ੇ, ਹੋਰ ਤਾਂ ਕੋਈ ਛਿੱਤਰ ਵੀ ਪੈਂਦੇ ਆ। ਅੱਛਾ, ਡੈਮੋਕ੍ਰੇਸੀ ਦਾ ਮਾਮਲਾ ਅੱਜ ਕੱਲ੍ਹ ਸੋਸ਼ਲ ਮੀਡੀਆ ਬਣਿਆ ਹੋਇਆ, ਜੇ ਕਿਸੇ ਦੇ ਥੋੜੀ ਜਿਹੀ ਸਖਤੀ ਕਰਦੇ ਤਾਂ ਫਿਰ ਆਪਾਂ ਪਹੁੰਚ ਜਾਂਦੇ ਵੀ ਆਹ ਦੇਖੋ ਜੀ ਇਹ ਧੱਕਾ ਕਰਦੇ ਆ। ਪਰ ਜਿੰਨੀ ਐਡਵਰਟਾਈਜ਼ਮੈਂਟ ਕੀਤੀ ਹੈ, ਜਿੰਨਾ ਲੋਕਾਂ ਨੂੰ ਸਮਝਾਇਆ ਕਿ ਭਾਈ ਇਹ ਨਾ ਵਰਤੋ, ਜੇ ਚੀਫ ਮਿਨਿਸਟਰ ਦੇ ਆਉਣ ਤੇ ਵੀ ਮਤਲਬ ਨਹੀਂ ਲੋਕ ਹਟਦੇ ਤਾਂ ਇਹਦਾ ਮਤਲਬ ਫਿਰ ਇਹਦੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕਸੂਰ ਹੈ। ਕਸੂਰ ਲੋਕਾਂ ਦਾ ਹੀ ਹੈ, ਡਾਂਗ ਫੇਰਨੀ ਚਾਹੀਦੀ। ਬਿਲਕੁਲ ਜੀ। ਸੋ ਹੁਣ ਗੱਲਬਾਤ ਕਰਦੇ ਜੀ ਆਪਾਂ ਸ਼ੇਖਾਵਤ ਦੀ। ਸ਼ੇਖਾਵਤ ਸਾਹਿਬ ਪੰਜਾਬ ਦੇ ਦੌਰੇ ਤੇ ਸੀਗੇ, ਬੰਦੀ ਸਿੰਘਾਂ ਤੇ ਜਿਵੇਂ ਆਪਾਂ ਕੱਲ੍ਹ ਗੱਲ ਕੀਤੀ ਸੀ ਵੀ ਉਹਨਾਂ ਦੀ ਰਿਹਾਈ ਦੇ ਲਈ ਉਹਨਾਂ ਨੇ ਦਸਤਖਤ ਕੀਤੇ ਹੈ। ਇਸ ਮਾਮਲੇ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਪੂਰੇ ਤਲਖੀ 'ਚ ਆ ਗਏ। ਬਿਲਕੁਲ, ਹਰਸਿਮਰਤ ਕੌਰ ਬਾਦਲ ਨੇ ਕਹੀ ਹੈ ਗੱਲ ਕਿ ਗਜਿੰਦਰ ਸਿੰਘ ਸ਼ੇਖਾਵਤ ਆਏ, ਦਮਦਮਾ ਸਾਹਿਬ ਆਏ, ਉਹਨਾਂ ਨੇ ਮੱਥਾ ਟੇਕਿਆ। ਪਹਿਲੀ ਗੱਲ ਤਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਕੇਂਦਰੀ ਵਜ਼ੀਰ ਪਹਿਲਾਂ ਵੀ ਆਉਂਦੇ ਰਹੇ ਜੀ, ਜਦੋਂ ਪਹਿਲਾਂ ਅਕਾਲੀ ਦਲ ਵਾਲੇ ਉਹਨਾਂ ਦੇ ਨਾਲ ਭਾਗੀਦਾਰ ਹੁੰਦੇ ਸੀ ਉਦੋਂ ਵੀ ਆਉਂਦੇ ਰਹੇ, ਉਦੋਂ ਨਾਲ ਜਾਂਦੇ ਰਹੇ, ਅਕਾਲੀ ਲੀਡਰ ਜਾ ਕੇ ਉਹਨਾਂ ਦਾ ਮੱਥਾ ਟਿਕਾਉਂਦੇ ਰਹੇ ਜੀ। ਕਿੰਨੇ ਬੰਦੇ ਇੱਥੇ ਆਏ ਤੁਸੀਂ ਇਹ ਦੇਖ ਲਓ, ਜੇ ਨਿਤਨ ਗਡਕਰੀ ਆਇਆ, ਕਿੰਨੇ ਬੰਦੇ ਆਏ ਆ, ਉਹ ਸਾਰੇ ਜਿੱਥੇ ਵੀ ਕੋਈ ਧਾਰਮਿਕ ਸਥਾਨ, ਚਾਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਹੋਵੇ, ਮੁਕਤਸਰ ਸਾਹਿਬ ਹੋਵੇ, ਜਿੱਥੇ ਵੀ ਹੈ ਉਸ ਥਾਂ ਦੇ ਉੱਤੇ ਜਾਂਦੇ। ਅੱਜ ਜਦੋਂ ਗਜਿੰਦਰ ਸਿੰਘ ਸ਼ੇਖਾਵਤ ਆਏ, ਉਹਨਾਂ ਨੇ ਮੱਥਾ ਟੇਕਿਆ। ਚਲੋ ਇੱਕ ਉਹਨਾਂ ਦਾ ਪੋਲੀਟੀਕਲ ਪ੍ਰੋਗਰਾਮ ਵੀ ਸੀ। ਉਹਨਾਂ ਦੇ ਜਿਹੜੇ ਦਿਹਾਤੀ ਦੇ ਪ੍ਰੈਜ਼ੀਡੈਂਟ ਹੈ ਰਵੀ ਪ੍ਰੀਤ ਜੀ, ਉਹ ਤਲਵੰਡੀ ਸਾਬੋ ਦੇ ਰਹਿਣ ਵਾਲੇ ਆ। ਉੱਥੇ ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਸ਼ਕਤੀ ਪ੍ਰਦਰਸ਼ਨ ਕੀਤਾ, ਜਾਂ ਉਹਨਾਂ ਨੇ ਆਪਣਾ ਜਿਹੜਾ ਹੈਗਾ ਦਫ਼ਤਰ ਦਾ ਉਦਘਾਟਨ ਵਗੈਰਾ ਕਰਵਾਇਆ। ਗਜਿੰਦਰ ਸਿੰਘ ਸ਼ੇਖਾਵਤ ਤੋਂ ਲੋਕ ਸਭਾ ਇੰਚਾਰਜ ਹੈ ਬਠਿੰਡੇ ਦੇ ਜੀ, ਆਪਦੀ ਪਾਰਟੀ ਵੱਲੋਂ ਲੱਗੇ ਹੋਏ, ਉਹਨਾਂ ਨੇ ਸਾਰਾ ਕੁਝ ਕੀਤਾ ਹੋਇਆ। ਪਰ ਜਦੋਂ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਓਗੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਜਿਹੜੇ ਉੱਥੋਂ ਦੇ ਸਭ ਤੋਂ ਵੱਡੇ ਧਾਰਮਿਕ ਆਗੂ ਆ, ਖਾਸ ਕਰਕੇ ਸਿੰਘ ਸਾਹਿਬ ਆ, ਜਿਹੜੇ ਸਾਡੇ ਜਥੇਦਾਰ ਸਾਹਿਬ ਆ, ਉਹਨੂੰ ਨਾ ਮਿਲੂ। ਉਹ ਮਿਲਣ ਵਾਸਤੇ ਗਏ, ਉੱਥੇ ਦਸਤਖਤੀ ਮੁਹਿੰਮ ਚੱਲਦੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ। ਤੇ ਗਿਆਨੀ ਹਰਪ੍ਰੀਤ ਸਿੰਘ ਪੜ੍ਹੇ ਲਿਖੇ ਬੰਦੇ ਆ, ਤੇ ਉਹਨਾਂ ਨੇ ਵੀ ਮੌਕੇ ਦਾ ਫਾਇਦਾ ਉਠਾਏ ਇਹ ਦਸਤਖਤ ਉਹਨਾਂ ਨੇ ਕਿਹਾ। ਤੇ ਉਹਨਾਂ ਨੇ ਨਾਲ ਦੀ ਨਾਲ ਗਜਿੰਦਰ ਸਿੰਘ ਸ਼ੇਖਾਵਤ ਨੇ ਵੀ ਦਸਤਖਤ ਕਰਤੇ, ਗੁਰਪ੍ਰੀਤ ਕਾਂਗੜ ਨੇ ਵੀ ਕਰਤੇ, ਜਗਦੀਪ ਨਕਈ ਨੇ ਵੀ ਕਰਤੇ, ਜਿੰਨੇ ਵੀ ਉਹਨਾਂ ਦੇ ਨਾਲ ਸੀ, ਸਰੂਪ ਚੰਦ ਸਿੰਗਲਾ ਨੇ ਵੀ ਕਰਤੇ। ਚਲੋ, ਕਾਂਗੜ ਤੇ ਨਕਈ ਦੋਨੋਂ ਸਿੱਖ ਹੈ। ਇਹ ਜੇ ਸਰੂਪ ਚੰਦ ਸਿੰਗਲਾ ਕਰੀਏ, ਗਜਿੰਦਰ ਸਿੰਘ ਸ਼ੇਖਾਵਤ ਕਹੀਏ, ਇਹ ਸਿੱਖ ਭਾਈਚਾਰੇ 'ਚੋਂ ਨਹੀਂ ਆਉਂਦੇ, ਹੋਰ ਭਾਈਚਾਰੇ 'ਚੋਂ ਆਉਂਦੇ। ਪਰ ਜੇ ਇਹ ਵੀ ਕਰਦੇ ਤਾਂ ਸਾਨੂੰ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਕਿ ਘੱਟੋ ਘੱਟ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਉਹਨਾਂ ਨੇ ਹਮਾਇਤ ਕੀਤੀ। ਉਹਨਾਂ ਨੇ ਹਮਾਇਤ ਕੀਤੀ, ਉਹਨਾਂ ਨੇ ਉੱਤੇ ਦਸਤਖਤ ਕਰਕੇ ਜਿਹੜੀ ਚਾਹੇ ਪ੍ਰੈਜ਼ੀਡੈਂਟ ਨੂੰ ਭੇਜਣਾ, ਕਿਸੇ ਨੂੰ ਭੇਜਣਾ, ਉਹ ਕਹਿੰਦੇ ਜੀ ਇਹਨਾਂ ਬੰਦਿਆਂ ਨੂੰ ਰਿਹਾ ਕਰ ਦਿਓ। ਬੀਬੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਜੀ ਤੁਸੀਂ ਦਸਤਖਤ ਕਰਕੇ ਕੀ ਕਰਨੇ ਸੀ, ਤੁਸੀਂ ਆਰਡਰ ਕਿਉਂ ਨਹੀਂ ਕੀਤੇ? ਤੁਸੀਂ ਆਰਡਰ ਲੈ ਕੇ ਆਉਂਦੇ ਦਿੱਲੀੋਂ ਵੀ ਆ ਲਓ ਜੀ ਆਰਡਰ ਲੈ ਆਉਂਦੇ ਤੇ ਇਹਨਾਂ ਨੂੰ ਰਿਹਾ ਕਰ ਦਿਓ। ਕਈ ਗੱਲਾਂ ਹੁੰਦੀਆਂ, ਠੀਕ ਹੈ, ਜਦੋਂ ਆਰਡਰ ਤਾਂ ਆਪਾਂ ਅੱਜ ਆਰਡਰਾਂ ਦੀ ਗੱਲ ਕਰਦੇ ਹਾਂ, ਤੇ ਬੀਬਾ ਜੀ ਆਰਡਰ ਆਪਾਂ ਪਹਿਲਾਂ ਆਪ ਹੀ ਲਿਆਉਂਦੇ, ਆਪਾਂ ਵੀ ਕੇਂਦਰੀ ਵਜ਼ੀਰ ਰਹੇ ਹਾਂ। ਚਲੋ, ਬੰਦੀ ਸਿੰਘ ਤਾਂ ਬਹੁਤ ਲੰਬੇ ਸਮੇਂ ਤੋਂ ਬੈਠੇ ਹੈ, ਤੇ ਬੰਦੀ ਸਿੰਘਾਂ ਦੇ ਵਿੱਚੋਂ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਲਿਆਉਣ ਵਾਸਤੇ ਚਾਰਾਜੋਈ ਕੀਤੀ ਸੀ ਕੁਝ ਸਿੱਖ ਸੰਸਥਾਵਾਂ ਨੇ ਜਾਂ ਉਹਦੇ ਪਰਿਵਾਰ ਨੇ, ਤੇ ਉਦੋਂ ਪੰਜਾਬ ਸਰਕਾਰ ਤੋਂ ਜਦੋਂ ਮੰਗਿਆ ਗਿਆ ਸੀ ਉਹਨਾਂ ਦਾ ਰਿਸਪੌਂਸ ਕਿ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ, ਤਾਂ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਕਮਾਂਡ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਸੀ ਜੀ। ਇਹਨਾਂ ਨੇ ਲਿਖ ਕੇ ਭੇਜਿਆ ਸੀ ਪੰਜਾਬ ਸਰਕਾਰ ਨੇ ਕਿ ਖਤਰਨਾਕ ਅੱਤਵਾਦੀ ਹੈ ਇਹ ਪੰਜਾਬ, ਬੜਾ ਤੇ ਜੇ ਤੁਸੀਂ ਇਹਨੂੰ ਪੰਜਾਬ 'ਚ ਤਬਦੀਲ ਕਰੋਗੇ ਤਾਂ ਹਾਲਾਤ ਜਿਹੜੇ ਹੈਗੇ ਆ ਬਹੁਤ ਭਿਆਨਕ ਟਰਨ ਲੈ ਸਕਦੇ, ਪੰਜਾਬ 'ਚ ਮੁੜ ਕੇ ਅੱਤਵਾਦ ਖੜਾ ਹੋ ਸਕਦਾ ਹੈ, ਤੁਸੀਂ ਕਹਿੰਦੇ ਰਹੇ ਹੋ। ਚਲੋ, ਗਜਿੰਦਰ ਸਿੰਘ ਸ਼ੇਖਾਵਤ ਨੇ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਕਹੀ ਜੀ। ਤੇ ਅਗਲੀ ਗੱਲ ਜਿਹੜੀ ਹੈ, ਜਿਹੜੀ ਜੇ ਹੁਣ ਇਹਦੀ ਮਨਸ਼ਾ ਦੇਖੋ ਕਿ ਮਨਸ਼ਾ ਕੀ ਹੈ,
ਬਿਲਕੁਲ ਜਿਵੇਂ ਆਪਾਂ ਕਿਹਾ ਕਿ ਭਗਵੰਤ ਸਿੰਘ ਮਾਨ ਪੋਲੀਟੀਕਲ ਆਦਮੀ, ਉਹਨਾਂ ਨੇ ਪੋਲੀਟੀਕਲ ਗੱਲ ਕਰਨੀ ਹੈ। ਗੁਰਜਿੰਦਰ ਸਿੰਘ ਸ਼ੇਖਾਵਤ ਵੀ ਉਹਨੂੰ ਇੱਕ ਟਾਸਕ ਦਿੱਤਾ ਕਿ 2024 ਚ ਆਪਾਂ ਬਠਿੰਡਾ ਹਲਕੇ ਤੋਂ ਜਾਂ ਜਿਨ੍ਹਾਂ ਹਲਕਿਆਂ ਦਾ ਉਹਨੂੰ ਇੰਚਾਰਜ ਲਾਇਆ, ਚੋਣਾਂ ਲੜਨੀਆਂ ਜੀ, ਤੇ ਤੁਸੀਂ ਕੰਮ ਕਰੋ, ਕੋਸ਼ਿਸ਼ ਕਰੋ ਕਿ ਆਪਣੇ ਕੈਂਡੀਡੇਟ ਇੱਥੋਂ ਜਿੱਤਣ। ਤੇ ਜਦੋਂ ਆਪਣੇ ਕੈਂਡੀਡੇਟਸ ਨੂੰ ਬੀਜੇਪੀ ਜਿਤਵਾਊਗੀ ਤਾਂ ਬੀਜੇਪੀ ਦੇ ਸਾਹਮਣੇ ਸਭ ਤੋਂ ਵੱਡੀ ਜਿਹੜੀ ਹੈ ਵੋਟ ਬੈਂਕ ਹੈ ਉਹ ਦਿਹਾਤੀ ਵੋਟ ਬੈਂਕ ਹੈ। ਸ਼ਹਿਰੀ ਵੋਟ ਬੈਂਕ ਆਪਦੀ ਥਾਂ ਤੇ, ਦਿਹਾਤੀ ਵੋਟ ਬੈਂਕ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਤੇ ਦਿਹਾਤੀ ਵੋਟ ਬੈਂਕ ਦੇ ਵਿੱਚੋਂ ਦਾਨੇਵਾਲੀਆ ਸਾਹਿਬ ਬਹੁਤ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੈ, ਜਿਹੜੇ ਗੁਰੂ ਘਰ ਜਾਂਦੇ ਹੈ, ਜਿਨ੍ਹਾਂ ਦਾ ਇਹ ਹੁਣ ਮਨ ਬਣ ਚੁੱਕਾ ਹੈ ਕਿ 25-25 30-30 ਸਾਲਾਂ ਤੋਂ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਬੈਠੇ ਆ, ਬੁੜੇ ਹੋ ਗਏ, ਉਹ ਬੰਦੇ ਹੁਣ ਰਿਹਾ ਹੋਣੇ ਚਾਹੀਦੇ ਆ, ਉਹ ਡਿਮਾਂਡ ਕਰਦੇ ਆ। ਇਹ ਵੈਸੇ ਵੀ ਜੇ ਆਪਾਂ ਦੇਖੀਏ ਜਿਹੜਾ ਉਹ ਕੌਮੀ ਇਨਸਾਫ ਮੋਰਚਾ ਲੱਗਿਆ ਹੈ, ਉਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤੁਸੀਂ ਦੇਖੋ ਅੱਜ ਕੱਲ੍ਹ ਕੀ ਹੈ ਕਿ ਸ਼ੁਰੂ ਦੇ ਵਿੱਚ ਕੁਝ ਬੰਦਿਆਂ ਨੇ ਉਹ ਉਦਮ ਕੀਤਾ ਜੀ, ਫਿਰ ਥੋੜਾ ਜਿਹਾ ਕਾਫਲਾ ਬਣਿਆ ਤੇ ਇਹਨਾਂ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਲੋਕ ਉੱਥੇ ਜਾ ਰਹੇ ਹੈ। ਹੁਣ ਤਾਂ ਇੱਕ ਨਵੀਂ ਗੱਲ ਹੋ ਗਈ ਕਿ ਉਹਨਾਂ ਨੇ ਇੱਕ ਮਾਰਚ ਵੀ ਸ਼ੁਰੂ ਕਰਤਾ ਜੀ, ਪਿੰਡਾਂ ਵਿੱਚ ਦੀ ਹੁੰਦਾ ਹੋਇਆ ਮਾਰਚ ਜਿਹੜਾ ਹੈਗਾ ਚੰਡੀਗੜ੍ਹ ਪਹੁੰਚਣਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਅੱਗੇ ਤੱਕ, ਉਹਦੇ 'ਚ ਵੀ ਲੋਕ ਆਉਣ ਲੱਗੇ। ਔਰ ਮੈਨੂੰ ਜਿਹੜੀ ਹੈਗੀ ਹੈ ਹੈਰਾਨੀ ਨਹੀਂ ਹੋਈ, ਸਗੋਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜਿਹੜਾ BPS ਚੌਕ ਕੋਲ ਮੋਹਾਲੀ ਲੱਗਿਆ ਹੋਇਆ ਆਪਣਾ ਧਰਨਾ ਲੱਗਿਆ ਹੋਇਆ, ਉਸ ਧਰਨੇ ਦੇ ਵਿੱਚ ਹਿੰਦੂ ਭਰਾ ਵੀ ਗਏ। ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜਾ ਭਾਈਚਾਰਾ ਹੈ ਉਹ ਇੱਕ ਦੂਜੇ ਦੇ ਨਾਲ ਭਾਈਚਾਰਾ ਕਿਸ ਤਰ੍ਹਾਂ ਖੜੋਤਾ ਹੋਇਆ। ਇਹ ਅਗਲੀ ਗੱਲ ਦਾਨੇਵਾਲੀਆ ਸਾਹਿਬ ਉਹਦੇ 'ਚ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈਆਂ। ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਨ੍ਹਾਂ ਦੇ ਨਾਲ ਸਭ ਤੋਂ ਤਕੜਾ ਵਿਰੋਧ ਸੀਗਾ ਸਾਡੇ ਸੋ ਕਾਲਡ ਅਗਰਾਹਾਂ ਦਾ ਨਹੀਂ, ਸਾਡੇ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਬਾਹਲੇ ਫੇਸਬੁੱਕੀਏ ਜਿਹੜੇ ਹੈਗੇ ਆ ਕੱਟੜ ਕਹਾਉਂਦੇ ਹੈ, ਉਹਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਕਿਰਤੀ ਕਿਸਾਨ ਯੂਨੀਅਨ ਨਾਲ ਸੀ। ਜੀ ਕਿਰਤੀ ਕਿਸਾਨ ਯੂਨੀਅਨ ਦਾ ਲੀਡਰ ਕੌਣ ਹੈ ਜੀ? ਨਿਰਭੈ ਸਿੰਘ ਢੁੱਡੀਕੇ ਜੀ ਔਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ। ਸਭ ਤੋਂ ਪਹਿਲਾਂ ਜੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਉਹਨਾਂ ਨੇ ਕਿਹਾ ਜੀ ਬੰਦੀ ਸਿੰਘਾਂ ਨੂੰ ਰਿਹਾ ਕਰੋ। ਉਹਨਾਂ ਨੇ ਆਪਣੇ ਪੱਧਰ ਤੇ ਵੀ ਪ੍ਰੋਟੈਸਟ ਕੀਤੀ, ਉਹ ਵੀ ਉੱਥੇ ਗਏ। ਉੱਥੇ ਜਿਹੜੇ ਹੈਗੇ ਆ ਸੰਯੁਕਤ ਕਿਸਾਨ ਮੋਰਚੇ ਵਾਲੇ ਵੀ ਪਹੁੰਚ ਗਏ। ਉੱਥੇ ਜਿਹੜੇ ਹੈਗੇ ਗੈਰ ਰਾਜਨੀਤਿਕ ਲੋਕ ਵੀ ਗੈਰ ਰਾਜਨੀਤਿਕ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਾਇਆ ਡੱਲੇਵਾਲ ਹੋਰਾਂ ਦੀ ਅਗਵਾਈ 'ਚ, ਉਹ ਵੀ ਪਹੁੰਚ ਗਿਆ। ਇਹ ਸਾਰੇ ਉਹ ਲੋਕ ਗਏ ਤੇ ਇਹਦੇ ਨਾਲ ਇੱਕ ਤਾਂ ਜਿਹੜੀ ਉਹ ਕੁੜੱਤਣ ਘਟ ਗਈ ਹੈ ਜੀ, ਜਿਹੜੀ ਕੁੜੱਤਣ ਪਹਿਲਾਂ ਕਾਮਰੇਡ ਵਰਸਸ ਸਿੱਖ ਵਰਸਸ ਕਾਮਰੇਡ ਵਾਲੀ ਗੱਲ ਚੱਲਦੀ ਸੀ ਉਹ ਸੀ ਵੀ ਇਹ ਤਾਂ ਜੀ ਸਾਰੇ ਕਾਮਰੇਡ ਹੈ। ਇੱਕ ਦੂਜੀ ਗੱਲ ਜਿਹੜੇ ਜਦੋਂ ਧਾਮੀ ਸਾਹਿਬ ਗਏ ਹੈ ਜੀ, ਧਾਮੀ ਸਾਹਿਬ ਨਾਲ ਜਿਹੜਾ ਸਲੂਕ ਹੋਇਆ ਪਤਾ ਲੱਗਿਆ ਕਿ ਉਹਦਾ ਬਹੁਤ ਬੁਰਾ ਮਨਾਇਆ ਹੈ ਭਾਈ ਜਗਤਾਰ ਸਿੰਘ ਹਵਾਰਾ। ਅੱਛਾ ਜੀ, ਉਹਨਾਂ ਨੇ ਕਿਹਾ ਕਿ ਇਹ ਸਾਂਝਾ ਕੰਮ ਹੈ, ਇਹਦੇ ਵਿੱਚ ਜਿਹੜੀ ਹੈਗੀ ਸਖਤੀ ਕਰੋ ਥੋੜਾ ਜਿਹਾ, ਔਰ ਕ੍ਰਿਟੀਸਾਈਜ਼ ਕੀਤਾ ਜਿਹੜੀ ਹੈ ਕਮੇਟੀ ਹੈ ਹਵਾਰਾ ਕਮੇਟੀ ਜਿਹੜੀ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਵੀ ਗਲਤ ਕੀਤਾ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਤੇ ਜੇ ਗਜਿੰਦਰ ਸਿੰਘ ਸ਼ੇਖਾਵਤ ਵੀ ਆ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ ਤਾਂ ਸਾਡਾ ਜਿਹੜਾ ਹੈਗਾ ਇਹ ਦਾਇਰਾ ਜਿਹੜਾ ਚੌੜਾ ਹੁੰਦਾ ਹੈ, ਹੋਰ ਚੌੜਾ ਹੁੰਦਾ ਹੈ, ਸਮਰਥਨ ਮਿਲਦਾ ਹੈ। ਅਗਲੀ ਗੱਲ ਗਜਿੰਦਰ ਸਿੰਘ ਸ਼ੇਖਾਵਤ ਜਿਵੇਂ ਆਪਾਂ ਕਹਿ ਦਿੱਤਾ ਕਿ ਦਿਹਾਤੀ ਵੋਟਾਂ ਨੂੰ ਉਹ ਨਜ਼ਰਅੰਦਾਜ਼ ਕਿਵੇਂ ਕਰੂਗਾ, ਨਹੀਂ ਕਰ ਸਕਦਾ, ਉਹਦੇ ਵਿੱਚ ਸਿੱਖ ਹੈ। ਉਹਨਾਂ ਨੂੰ ਇਹ ਕਹਿੰਦਾ ਕਿ ਜੇ ਹਾਂ ਦਾ ਨਾਰਾ ਮਾਰਾਂਗੇ ਤੇ ਸਿੱਖਾਂ ਕੋਲ ਫੇਰ ਹੀ ਕੁਛ ਨਾ ਕੁਛ ਗੱਲ ਤਾਂ ਬਣੂਗੀ ਤਾਂ ਕਿ ਕਿਸੇ ਦੇ ਘਰੇ ਵੜਦੇ ਹੋਵਾਂਗੇ। ਅੱਜ ਵੀ ਜੇ ਆਪਾਂ ਦੇਖੀਏ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਨਵਾਬ ਮਲੇਰਕੋਟਲਾ ਵਾਲਾ ਸ਼ੇਰ ਮੁਹੰਮਦ ਖਾਨ ਦੇ ਭਰਾ ਦੀ ਮੌਤ ਗੁਰੂ ਸਾਹਿਬ ਦੇ ਹੱਥੋਂ ਹੋਈ ਸੀ, ਲੜਾਈ ਦੇ ਵਿੱਚੋਂ ਮਾਰਿਆ ਗਿਆ ਸੀ। ਤੇ ਸੂਬਾ ਸਰਹੰਦ ਨੇ ਕਿਹਾ ਸੀ ਤੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਜੀ, ਤੂੰ ਆਪਣੇ ਭਰਾ ਦਾ ਬਦਲਾ ਲੈ। ਉਹਨੇ ਕਿਹਾ ਨਹੀਂ। ਤੇ ਦਾਨੇਵਾਲੀਆ ਸਾਹਿਬ ਤੁਸੀਂ ਇਹ ਦੇਖੋ ਕਿ ਸਾਰੇ ਭਾਰਤ ਦੇ ਵਿੱਚੋਂ ਜਦੋਂ 47 ਦੀ ਵੰਡ ਹੋਈ ਹੈ ਜੀ, ਤੇ ਜੇ ਮੁਸਲਮਾਨ ਕਿਤੇ ਸੁਰੱਖਿਅਤ ਰਹੇ, ਖਾਸ ਕਰਕੇ ਪੰਜਾਬ ਦੇ ਵਿੱਚੋਂ, ਤਾਂ ਮਲੇਰਕੋਟਲੇ 'ਚ ਰਹੇ। ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ, ਵੱਡੀਆਂ ਗੱਲਾਂ ਹੈ। ਸੋ ਇਹਦੇ 'ਚ ਉਹਨਾਂ ਦਾ ਜਿਹੜੀ ਹੈਗੀ ਉਹਨਾਂ ਦਾ ਪੋਲੀਟੀਕਲ ਇੰਟਰਸਟ ਵੀ ਹੈ, ਤੇ ਪੋਲੀਟੀਕਲ ਇੰਟਰਸਟ ਤੋਂ ਅਕਾਲੀ ਦਲ ਡਰਦਾ ਹੈ ਕਿਉਂਕਿ ਇਹ ਤੋਂ ਇੱਕ ਪਤਾ ਲੱਗਦਾ ਕਿ ਜੇ ਭਾਰਤੀ ਜਨਤਾ ਪਾਰਟੀ ਸਿੱਧੀ ਸਿੱਖਾਂ ਦੇ ਨਾਲ ਸੰਵਾਦ ਰਚਾਉਂਦੀ ਹੈ ਜੀ, ਸਿੱਖਾਂ ਨੂੰ ਬੇਨੋਵਰ ਕਰਨ ਦੀ ਗੱਲ ਕਰਦੀ ਹੈ, ਤਾਂ ਜਿਹੜਾ ਇਹ ਕਹਿੰਦੇ ਸੀ ਵੀ ਸਾਡੇ ਕੋਲੇ ਜੀ ਤੁਸੀਂ ਹਿੰਦੂਆਂ ਦੇ ਪ੍ਰਤੀਨਿਧ ਤੇ ਅਸੀਂ ਸਿੱਖਾਂ ਦੇ ਪ੍ਰਤੀਨਿਧ, ਤੇ ਆਓ ਆਪਾਂ ਰਲ ਕੇ ਸਰਕਾਰ ਬਣਾਈਏ। ਹੁਣ ਬੀਜੇਪੀ ਵਾਲੇ ਨੇ ਕਹਿਤਾ ਕਿ ਜਿੰਨੀ ਦੇਰ ਤੱਕ ਬਾਦਲ ਪਰਿਵਾਰ ਅਕਾਲੀ ਦਲ ਤੋਂ ਲਾਂਭੇ ਨਹੀਂ ਹੁੰਦਾ ਉਨੀ ਦੇਰ ਤੱਕ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋ ਸਕਦਾ, ਅਸੀਂ ਆਪਣੇ ਪੱਧਰ ਤੇ ਲੜਦੇ। ਉਹ ਇਹ ਜਿਹੜੇ ਦਸਤਖਤ ਕਰਨ ਵਾਲੀ ਜਿਹੜੀ ਹੈਗੀ ਹੈ ਕਾਰਵਾਈ ਬੰਦੀ ਸਿੰਘ ਵਾਲੀ, ਇਹ ਅਗਲਾ ਸਟੈਪ ਹੈ ਜਿਹਦੇ ਵਿੱਚ ਉਹ ਪੁਸ਼ਟੀ ਹੁੰਦੀ ਹੈ ਕਿ ਅਕਾਲੀ ਦਲ ਨਾਲ ਸਮਝੌਤੇ ਦੇ ਅਸਾਰ ਘੱਟ ਨਹੀਂ, ਨਾ ਮਾਤਰ ਵੀ ਨਹੀਂ ਰਹੇ, ਬਾਦਲਾਂ ਵਾਲੇ ਅਕਾਲੀ ਦਲ ਉਹ ਨਾ ਮਾਤਰ ਵੀ ਨਹੀਂ ਰਹੇ। ਇਹਦਾ ਕਰਕੇ ਮਤਲਬ ਜਿਹੜਾ ਹੁਣ ਕ੍ਰਿਟਿਸਿਜ਼ਮ ਜਿਹੜਾ ਅਕਾਲੀ ਦਲ ਬਾਦਲ ਵੱਲੋਂ ਹੋ ਰਿਹਾ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਲੈਣੇ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜੇ ਰਹੋ ਰੇਡੀਓ ਪੰਜਾਬ ਟੁਡੇ।
ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98775 07058 +91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 07058 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਤੇ ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਵਿੱਚ ਆਪਣੇ ਬਿਜ਼ਨਸ ਦੀ ਕੋਈ ਐਡਵਰਟੀਜ਼ਮੈਂਟ ਚਲਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 9780141741 ਤੇ ਹੁਣ ਪੰਜਾਬ ਦਾ ਰੁਖ ਕਰਦੇ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਅਸਤੀਫੇ ਦੇ ਉੱਤੇ ਥੋੜ੍ਹੀ ਜਿਹੀ ਗੱਲਬਾਤ ਚਰਚਾ ਕਰਦੇ ਹਾਂ। ਢਿੱਲੋਂ ਸਾਹਿਬ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦੇ ਦਿੱਤਾ, ਕੀ ਉਹ ਪ੍ਰਵਾਨ ਹੋਇਆ ਜਾਂ ਹੋਏਗਾ ਜਾਂ ਕੀ ਸਾਰ ਲੱਗਦੇ ਨੇ? ਪਹਿਲੀ ਗੱਲ ਆਪਾਂ ਕਲੀਅਰ ਕਰ ਲਈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ MLA-ਸ਼ਿਪ ਤੋਂ ਨਹੀਂ ਉਹ ਤੋਂ ਦਿੱਤਾ। ਆਪਦੀ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਉਹਨੇ MLA ਤੋਂ ਦਿੱਤਾ। ਹਾਂ, ਵੈਸੇ ਜੇ ਆਪਾਂ ਦੇਖੀਏ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਅਸਤੀਫਾ ਦੂਜੀ ਵਾਰ ਦਿੱਤਾ ਹੈ। ਪਹਿਲੀ ਵਾਰ ਉਹਨੇ ਦਿੱਤਾ ਸੀ IG ਦੇ ਅਹੁਦੇ ਤੋਂ ਤੇ IG ਦੇ ਅਹੁਦੇ ਤੋਂ ਉਹਨੇ ਉਸ ਵੇਲੇ ਦਿੱਤਾ ਸੀ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜਿਹੜੀ ਇਨਕੁਆਇਰੀ ਕੀਤੀ ਸੀ, ਜਿਹੜੀ ਉਹਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੈਂਬਰ ਦੇ ਤੌਰ ਦੇ ਉੱਤੇ ਜਿਹੜੀ ਉਹਨੇ ਚਾਰਜ ਸ਼ੀਟ ਪੇਸ਼ ਕੀਤੀ ਸੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਚਾਰਜ ਸ਼ੀਟ ਨੂੰ ਰੱਦ ਕਰਤਾ ਸੀ ਜੀ, ਔਰ ਇਹ ਹੁਕਮ ਦੇ ਦਿੱਤਾ ਸੀ ਕਿ ਜਿਹੜੀ ਅਗਲੀ SIT ਬਣਨੀ ਉਹਦੇ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਾ ਹੋਵੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਉੱਪਰਲੇ ਰੈਂਕ ਦੇ ਅਫੀਸਰ ਨੂੰ SIT ਦਾ ਜਿਹੜਾ ਇੰਚਾਰਜ ਬਣਾਇਆ ਜਾਵੇ। ਇਹ ਗੱਲ ਉਸ ਵੇਲੇ ਕਹੀ ਸੀ ਜੀ। ਉਹਦੀ ਜਿਹੜੀ ਹੈਗੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਮਨ ਨੂੰ ਬਹੁਤ ਵੱਡੀ ਠੇਸ ਲੱਗੀ ਸੀ ਕਿ ਮੈਂ ਇੰਨੀ ਮਿਹਨਤ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਨੂੰ ਨਜਿੱਠਣ ਵਾਸਤੇ, ਔਰ ਮੈਂ ਐਨ ਸਿਖਰ ਤੱਕ ਪਹੁੰਚ ਗਿਆ ਸੀ ਤੇ ਉਦੋਂ ਆ ਕੇ ਕੇਸ ਹਾਈ ਕੋਰਟ 'ਚੋਂ ਫੇਲ ਹੋ ਗਿਆ ਜੀ।
ਅਕਾਲੀ ਦਲ ਵਾਲੇ ਕਹਿੰਦੇ ਆ ਕਿ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਬਜੈਕਟਿਵ ਹੋ ਕੇ ਅੰਤਰਮੁਖੀ ਹੋ ਕੇ ਬਾਦਲਾਂ ਦੇ ਵਿਰੋਧ ਵਜੋਂ ਸਾਰਾ ਕੁਝ ਕੀਤਾ ਸੀ ਔਰ ਉਹਨੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ। ਹਾਈ ਕੋਰਟ ਨੇ ਇਸ ਕਰਕੇ ਜਿਹੜੀ ਹੈ ਉਹਦੀ ਰੱਦ ਕਰ ਦਿੱਤੀ। ਲੇਕਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਮੰਨਣਾ ਇਹ ਸੀ ਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਲਾਅ ਡਿਪਾਰਟਮੈਂਟ ਵੱਲੋਂ ਪੈਰਵਾਈ ਕਰਨੀ ਚਾਹੀਦੀ ਸੀ ਉਹਨਾਂ ਨੇ ਪੈਰਵਾਈ ਨਹੀਂ ਕੀਤੀ। ਖਾਸ ਕਰਕੇ ਅਤੁਲ ਨੰਦਾ ਜਿਹੜੇ ਐਡਵੋਕੇਟ ਜਨਰਲ ਸੀ ਉਹਦੇ ਤੇ ਉਹਨਾਂ ਨੂੰ ਇਤਰਾਜ਼ ਸੀ। ਉਹਨਾਂ ਨੇ ਕਿਹਾ ਕਿ ਬਹੁਤੇ ਵਾਰੀ ਇਹ ਗੱਲ ਦੇਖੀ ਹੈ ਕਿ ਜਦੋਂ ਬਹੁਤ ਅਹਿਮ ਸੁਣਵਾਈ ਹੁੰਦੀ ਸੀ ਅਤੁਲ ਨੰਦਾ ਉਸ ਵੇਲੇ ਕੋਈ ਨਾ ਕੋਈ ਬਹਾਨਾ ਬਣਾ ਕੇ ਤੇ ਗੈਰ ਹਾਜ਼ਰੀ ਰਹਿੰਦਾ ਰਿਹਾ। ਕਦੇ ਬਿਮਾਰ ਹੋ ਜਾਂਦਾ, ਕਦੇ ਕੁਛ ਹੋ ਜਾਂਦਾ। ਅਹਿਮ ਮਾਮਲੇ ਦੇ ਉੱਤੇ ਉਹਨੇ ਆ ਕੇ ਗੱਲ ਨਹੀਂ ਕੀਤੀ। ਦੂਜੇ ਪਾਸੇ ਜਿਨ੍ਹਾਂ ਨੇ ਪਟੀਸ਼ਨਰ ਸੀ, ਜਿਹਨੇ ਪਟੀਸ਼ਨਾਂ ਦਾਇਰ ਕੀਤੀਆਂ ਸੀ, ਜਿਨ੍ਹਾਂ ਦੇ ਗੱਲ ਦੇ ਵਿੱਚ ਸਾਫਾ ਪੈਣ ਵਾਲੀ ਗੱਲ ਸੀ, ਉਹਨਾਂ ਨੇ ਬਹੁਤ ਮਹਿੰਗੇ ਵਕੀਲ ਕੀਤੇ ਸੀ ਔਰ ਉਹਨੇ ਉਸ ਵੇਲੇ ਫਿਰ ਅਸਤੀਫਾ ਦਿੱਤਾ ਸੀ। ਤੇ ਆਪਣੇ ਕੋਲੇ ਇਹ ਪੱਕਾ ਇਹਦੀ ਗੱਲ ਦੀ ਸਾਡੇ ਕੋਲ ਪੁਖਤਾ ਸਬੂਤ ਵੀ ਹੈਗੇ ਕਿ ਅਮਰਿੰਦਰ ਸਿੰਘ ਨੂੰ ਵੀ ਉਸ ਵੇਲੇ ਅਹਿਸਾਸ ਹੋ ਗਿਆ ਸੀ ਕਿ ਇੱਕ ਕਾਬਲ ਅਫਸਰ ਸਾਡੇ ਹੱਥੋਂ ਜਾ ਰਹੇ ਔਰ ਇੱਕ ਵਾਰੀ ਨਹੀਂ 2-3 ਵਾਰੀ ਅਮਰਿੰਦਰ ਸਿੰਘ ਨੇ ਉਹਨੂੰ ਬੁਲਾ ਕੇ ਕੋਸ਼ਿਸ਼ ਕੀਤੀ ਵੀ ਤੁਸੀਂ ਰਹਿਣ ਦਿਓ ਤੇ ਤੁਹਾਨੂੰ ਅਸੀਂ ਕੋਈ ਹੋਰ ਪੋਜੀਸ਼ਨ ਦੇ ਦਿੰਦੇ ਵਧੀਆ, ਤੁਸੀਂ ਅਸਤੀਫਾ ਆਪਦਾ ਵਾਪਸ ਲੈ ਲਓ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਹਿਤਾ ਸੀ ਕਿ ਨਹੀਂ, ਮੈਂ ਤਾਂ ਜੀ ਜਿਹੜਾ ਅਸਤੀਫਾ ਦੇਤਾ ਤੇ ਦੇਤਾ। ਕਾਰਨ ਉਹਦਾ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਬੇਸਿਕਲੀ ਜਿਹੜੇ ਹੈਗੇ ਆ ਬਿਹਾਰ ਤੋਂ ਆਉਂਦੇ ਜੀ ਔਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਪਈ ਹੈ ਕਿ ਗੁਰੂ ਗੋਬਿੰਦ ਸਿੰਘ ਵੀ ਬਿਹਾਰ 'ਚ ਪੈਦਾ ਹੋਏ ਸੀ, ਪਟਨਾ ਸਾਹਿਬ 'ਚ ਪੈਦਾ ਹੋਏ ਸੀ। ਉੱਥੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਖਾਲਸਾ ਪੰਥ ਬਣਾਇਆ। ਮੈਨੂੰ ਇੱਕ ਦੋ ਬੰਦਿਆਂ ਨੇ ਮਿਲਣ ਵਾਲਿਆਂ ਨੇ ਦੱਸਿਆ ਉਹਨਾਂ ਦੇ ਨੇ, ਉਹ ਕਹਿੰਦੇ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਮੈਂ ਵੀ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਤੇ ਸਿੱਖ ਪੰਥ ਦੀ ਸੇਵਾ ਕਰਨੀ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਆਬਰੂ ਦੇ ਵਾਸਤੇ। ਔਰ ਉਸ ਗੱਲ ਨੂੰ ਚਲੋ ਬੰਦੇ ਦਾ ਇੱਕ ਬਣ ਜਾਂਦੀ ਹੈ ਦਿਮਾਗ ਦੇ ਵਿੱਚ, ਗੱਲ ਬਣ ਗਈ। ਉਹ ਬਾਹਰ ਆ ਗਏ, ਬਾਹਰ ਆ ਕੇ ਉਹ ਆਪਣੀ ਪੀਸਫੁਲ ਲਾਈਫ ਦੇਖ ਰਹੇ ਸੀ। ਉਹ ਤਾਂ ਕਹਿੰਦੇ ਮੈਂ ਤਾਂ ਵਕਾਲਤ ਕਰੂੰਗਾ ਤੇ ਵਕਾਲਤ ਦਾ ਉਹਨਾਂ ਨੇ ਲਾਇਸੈਂਸ ਵੀ ਲੈ ਲਿਆ ਸੀ। ਇਨ ਦੀ ਮੀਨ ਟਾਈਮ ਜਿਹੜੀ ਹੈਗੀ ਹੈ ਇਲੈਕਸ਼ਨ ਦਾ ਟਾਈਮ ਆ ਗਿਆ ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਸ਼ਾਮਲ ਕਰਵਾ ਲਿਆ ਜੀ। ਤੇ ਇਹ ਵੀ ਦਾਨੇ ਵਾਲੀ ਸਭ ਗੱਲ ਕੋਈ ਛੋਟੀ ਨਹੀਂ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੈਸ਼ਨਲ ਕਨਵੀਨਰ ਹੈ ਉਹ ਖੁਦ ਜੁਆਇਨ ਕਰਨ ਵਾਸਤੇ ਉਹਨਾਂ ਆ ਕੇ ਜੁਆਇਨ ਆਇਆ ਸੀ। ਤੇ ਜਦੋਂ ਜੁਆਇਨ ਕਰਵਾਇਆ ਸੀ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਬਾਅਦ ਦੇ ਵਿੱਚ ਵੀ ਬੜੇ ਵਾਰੀ ਗੱਲ ਕਹੀ ਕਿ ਤੁਸੀਂ ਸਾਡੀ ਸਰਕਾਰ ਬਣਾਓ। ਤੇ ਕੁੰਵਰ ਹੋਣਾ ਨੇ ਜਿਹੜੀ ਪੜਤਾਲ ਕੀਤੀ ਉਹਦੇ ਵਿੱਚ ਦੋਸ਼ੀਆਂ ਦਾ ਸਭ ਦਾ ਪਤਾ ਕਿ ਕੌਣ ਹੈ ਕੌਣ ਨਹੀਂ ਜੀ। 24 ਘੰਟਿਆਂ 'ਚ ਅਸੀਂ ਦੋਸ਼ੀਆਂ ਨੂੰ ਫੜ ਕੇ ਤੇ ਬੰਦ ਕਰ ਦਿਆਂਗੇ। ਲਓ ਜੀ, ਸਰਕਾਰ ਬਣੀ ਨੂੰ ਹੋ ਗਏ 7-8 ਮਹੀਨੇ ਕਿ 9 ਮਹੀਨੇ ਹੋ ਗਏ ਜੀ। 9 ਮਹੀਨੇ ਦੇ ਵਿੱਚ ਉਹ ਜਿਵੇਂ ਸਿੱਟਾਂ ਪਹਿਲਾਂ ਕੰਮ ਕਰਦੀਆਂ ਸੀ ਉਵੇਂ ਜਿਵੇਂ ਹੁਣ ਕਰੀ ਜਾਂਦੀਆਂ, ਸਬੂਤ ਨਾਕੂ ਨਾਲ ਨਾਕੂ ਮਿਲਾਉਂਦੇ ਹੈ। ਕੰਮ ਲੰਬਾ ਹੁੰਦਾ, ਛੋਟਾ ਨਹੀਂ ਹੁੰਦਾ, ਉਹ ਆਪਦਾ ਕੰਮ ਕਰੀ ਜਾਂਦੇ ਹੈ ਜੀ। ਪਰ ਜਿਹੜੇ ਰਿਜ਼ਲਟ ਚਾਹੀਦੇ ਸੀ ਉਹ ਰਿਜ਼ਲਟ ਸਾਹਮਣੇ ਨਹੀਂ ਆ ਰਹੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਤੁਹਾਡੇ ਯਾਦ ਹੋਣਾ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੂੰ SIT ਨੇ ਬੁਲਾਇਆ ਸੀ ਜੀ ਔਰ ਬੁਲਾ ਕੇ ਜਿਹੜੀ ਗੱਲਬਾਤ ਕੀਤੀ ਸੀ, ਪੁੱਛਗਿੱਛ ਕੀਤੀ, ਉਹਨਾਂ ਨੇ ਆਪਣਾ ਕੰਮ ਕੀਤਾ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਾਹਰ ਆਉਂਦੇ, ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਆਇਆ ਸੀ ਤੇ ਉਸ ਬਿਆਨ ਦੇ ਵਿੱਚ ਟਾਰਗੇਟ ਕੀਤਾ ਸੀ ਕੁੰਵਰ ਵਿਜੇ ਪ੍ਰਤਾਪ ਨੂੰ ਜੀ। ਉਦੋਂ ਇਹਨਾਂ ਦਾ ਪ੍ਰਤੀਕਰਮ ਆਇਆ ਸੀ ਕਿ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਿਵੇਂ ਪੁੱਛਣਾ ਚਾਹੀਦਾ ਸੀ ਉਵੇਂ ਜਿਵੇਂ ਜਿਹੜੇ ਆ ਜਾਂਚ ਅਧਿਕਾਰੀਆਂ ਨੇ ਪੁੱਛਿਆ ਨਹੀਂ ਜੀ। ਇਹਨੂੰ ਤਾਂ ਚਾਹ ਪਕੌੜੇ ਛਕਾ ਕੇ ਤੇ ਵਾਪਸ ਭੇਜਤਾ। ਤੇ ਨਾਲ ਉਹਨੇ ਕਿਹਾ ਸੀ ਕਿ ਮੇਰੇ ਬਾਰੇ ਕਿਹਾ ਜਾਂਦਾ ਕਿ ਤੇਰਾ ਖਹਿੜਾ ਉਹ ਨਹੀਂ ਛੱਡਦਾ, ਉਹ ਪੈਰਵੀ ਕਰਦਾ ਤੇ ਮੈਨੂੰ ਉਹ ਧਮਕੀਆਂ ਦੇ ਰਹੇ। ਇਹ ਗੱਲ ਇਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਹੀ ਸੀ। ਫਿਰ ਤੁਹਾਡੇ ਇੱਕ ਸਮਾਂ ਯਾਦ ਹੋਣਾ ਹੈ ਕਿ ਜਦੋਂ 1 ਸਾਲ ਪੂਰਾ ਹੋ ਗਿਆ ਸੀ ਮੋਰਚਾ ਲੱਗੇ ਨੂੰ, ਜਿਹੜਾ ਬਾਈਬਲ ਆਪਣੇ ਲੱਗਿਆ ਤੁਹਾਡੇ GT ਰੋਡ ਤੇ ਬਾਈਬਲ ਕਲਾਨ, ਉਦੋਂ ਮੋਰਚੇ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਆਏ ਸੀ ਜੀ। ਉਹਨਾਂ ਨੇ ਆ ਕੇ ਜਿਹੜਾ ਭਾਸ਼ਣ ਕੀਤਾ ਸੀ ਦਾਨੇ ਵਾਲੀਆ ਸਾਹਿਬ, ਭਾਸ਼ਣ ਦੀ ਕੱਲੀ ਗੱਲ ਜਿਹੜੀ ਹੈ ਉਹ ਟੁੰਬਵੀਂ ਸੀ। ਉਹਨੇ ਕਿਹਾ ਜਦੋਂ ਮੈਂ MLA ਬਣਿਆ ਸੀ ਤੁਸੀਂ ਮੈਨੂੰ ਕਿਹਾ ਸੀ ਵੀ ਤੂੰ ਆ ਜੀ, MLA ਬਣਨ ਤੋਂ ਪਹਿਲਾਂ ਮੈਨੂੰ ਤੁਸੀਂ ਕਿਹਾ ਸੀ ਵੀ ਤੁਸੀਂ ਆਇਓ ਤੇ ਮੈਂ ਆਇਆ ਨਹੀਂ ਸੀ ਜੀ। ਮੈਂ ਕਿਉਂ ਨਹੀਂ ਆਇਆ ਸੀ? ਮੈਂ ਇਸ ਕਰਕੇ ਨਹੀਂ ਆਇਆ ਸੀ, ਮੇਰੇ ਕੋਲ ਖਾਲੀ ਹੱਥ ਸੀ ਵੀ ਸਾਡੀ ਸਰਕਾਰ ਨਹੀਂ, ਸਰਕਾਰ ਕੁਝ ਕਰੂਗੀ ਤਾਂ ਮੈਂ ਤੁਹਾਡੇ ਕੋਲ ਕੋਈ ਰਿਜ਼ਲਟ ਲੈ ਕੇ ਆਊਂਗਾ। ਤੇ ਹੁਣ ਭਾਈ ਮੈਂ ਤੁਹਾਡੇ ਕੋਲੇ ਆ ਗਿਆ ਤੇ ਸਰਕਾਰ ਸਰਕੂਰ ਚੋਂ ਨਹੀਂ ਨਿਕਲਦਾ ਕੱਖ। ਹਾਂਜੀ, ਤੁਹਾਨੂੰ ਕੋਈ ਇਨਸਾਫ ਨਹੀਂ ਮਿਲਣਾ ਤੇ ਮੈਂ ਤਾਂ ਆਪ ਤੁਹਾਡੇ ਨਾਲ ਆ ਕੇ ਤੇ ਤੁਹਾਡਾ ਇੱਕ ਸੰਗੀ ਸਾਥੀ ਬਣਨ ਵਾਸਤੇ ਇੱਥੇ ਆਇਆ। ਇਹ ਤੋਂ ਪਹਿਲਾਂ ਉਹਨੇ ਅਸੈਂਬਲੀ ਦੇ ਵਿੱਚ ਇਹ ਮਾਮਲਾ ਰੱਖਿਆ ਸੀ ਜੀ। ਕੁੰਵਰ ਵਿਜੇ ਪ੍ਰਤਾਪ ਨੇ ਕਿ ਜੀ ਆਪਾਂ ਅਸੈਂਬਲੀ ਦੇ ਵਿੱਚ ਇੱਥੇ ਬਹਿਸ ਕਰੀਏ ਤੇ ਗੱਲ ਕਰੀਏ, ਮੈਂ ਆਪਣੀ ਗੱਲ ਕਹਿਣੀ ਚਾਹੁੰਦਾ ਜੀ। ਡਿਮਾਂਡ ਉਹਨੇ ਕੀਤੀ ਸੀ ਵੀ ਘੱਟੋ ਘੱਟ ਆਪਾਂ ਨੂੰ ਚਾਹੀਦਾ ਹੈ ਇੱਕ ਦਿਨ ਪੂਰਾ ਦਿੱਤਾ ਜਾਵੇ ਬੇਅਦਬੀ ਦੇ ਮਾਮਲਿਆਂ ਨੂੰ। ਫਿਰ ਉਹਨੇ ਕਿਹਾ ਜੀ ਤੁਸੀਂ ਇੱਕ ਦਿਨ ਨਹੀਂ ਦੇਣਾ, ਮੈਨੂੰ 10 ਮਿੰਟ ਹੀ ਦੇ ਦਿਓ, ਮੈਂ 10 ਮਿੰਟਾਂ 'ਚ ਨਰੇਟ ਕਰ ਦਿੰਦਾ ਸਾਰੀ ਗੱਲ ਲੇਕਿਨ ਉਹਨਾਂ ਨੂੰ ਉਹ ਸਮਾਂ ਨਹੀਂ ਮਿਲਿਆ। ਉਹ ਤੋਂ ਫਰਸਟ੍ਰੇਟ ਹੋ ਗਏ ਜੀ।
ਉਹ ਫਰਸਟ੍ਰੇਟ ਹੋਣ ਤੋਂ ਬਾਅਦ ਹੁਣ ਉਹਨਾਂ ਨੇ ਜਿਹੜੀ ਇੱਕ ਨਵੀਂ ਗੱਲ ਕੀਤੀ, ਉਹਨਾਂ ਨੇ ਜੀ ਡੀਜੀਪੀ ਨੂੰ ਜੀ ਤੇ ਹੋਮ ਸੈਕਟਰੀ ਨੂੰ ਤਲਬ ਕਰ ਲਿਆ, ਕਿਉਂਕਿ ਐਸ਼ੋਰੈਂਸ ਕਮੇਟੀ ਦੇ ਮੈਂਬਰ ਹੈ ਉਹ, ਚੇਅਰਮੈਨ ਹੈ, ਵੀ ਜਿਹੜੀ ਸਰਕਾਰ ਭਰੋਸਾ ਦਿੰਦੀ ਹੈ ਉਹ ਭਰੋਸੇ ਦੇ ਉੱਤੇ ਕਿੰਨਾ ਕੁ ਅਮਲ ਹੋਇਆ, ਉਹ ਕਮੇਟੀ ਬਣਾਈ ਜਾਂਦੀ ਹੈ ਇੱਕ ਜੀ, ਤੇ ਉਹ ਕਮੇਟੀ ਜਿਹੜੀ ਹੈਗੀ ਹੈ ਤਲਬ ਕਰ ਸਕਦੀ ਹੈ, ਅਧਿਕਾਰੀਆਂ ਤੋਂ ਪੁੱਛ ਸਕਦੀ ਹੈ ਕਿ ਆਹ ਮਾਮਲਾ ਭਾਈ ਤੁਹਾਡੇ ਸਪੁਰਦ ਕੀਤਾ ਸੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ SIT ਬਣੀ ਸੀ ਜੀ, ਉਹ SIT ਵਿਧਾਨ ਸਭਾ ਦੇ ਵਿੱਚ ਪੂਰੀ ਡਿਬੇਟ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੇਲੇ ਬਣੀ ਸੀ, ਬਿਲਕੁਲ, ਔਰ ਵਿਧਾਨ ਸਭਾ ਦਾ ਹੀ ਹੁਕਮ ਸੀਗਾ ਕਿ ਸਾਰੇ ਕੇਸ ਜਿਹੜੇ ਹੈਗੇ ਵਾਪਸ ਲੈ ਕੇ SIT ਨੂੰ ਦਿਓ, ਪੰਜਾਬ ਦੀ SIT ਨੂੰ ਦਿਓ। ਉਹ ਵਿਧਾਨ ਸਭਾ ਦੇ ਵਿੱਚ ਮਾਮਲਾ ਆਇਆ ਵਾ ਜੀ, ਇਸ ਕਰਕੇ ਉਹਨੇ ਕਿਹਾ ਵੀ ਚਲੋ ਇਹਦੇ ਕੀ ਕਾਰਵਾਈ ਹੋਈ ਹੈ ਤੁਸੀਂ ਆ ਕੇ ਦੱਸੋ। ਉਹਨਾਂ ਨੇ ਬੁਲਾ ਲਿਆ। ਨਤੀਜਾ ਇਹ ਹੋਇਆ ਕਿ ਅਫਸਰਾਂ ਨੇ ਜਾ ਕੇ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਕਿਹਾ ਜੀ ਸਾਨੂੰ ਤਾਂ ਤਲਬ ਕਰ ਰਹੇ ਕੀ ਕਰੀਏ। ਫਿਰ ਸਰਕਾਰ ਪੱਧਰ ਦੇ ਉੱਤੇ ਕੋਈ ਅਰੇਂਜਮੈਂਟ ਕੀਤਾ ਹੋਣਾ, ਤੇ ਇਹਦੇ ਨਤੀਜਾ ਕੀ ਹੋਇਆ ਕਿ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਜੀ ਖੁਦ ਇੱਥੇ ਆ ਕੇ ਕਿਹਾ ਸੀਗਾ ਕਿ ਮੇਰੇ ਲਈ ਆਹ ਕੁਰਸੀ ਕਰਸੀ ਕੱਖ ਨਹੀਂ ਤੇ ਮੈਂ ਬੈਠਾ, ਮੈਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਦਵਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਹੈ ਸਤਿਕਾਰ ਦੀ ਖਾਤਰ ਤੁਹਾਡੇ ਨਾਲ ਹੀ ਬੈਠੂਗਾ ਆ ਕੇ। ਜੇ ਮਹੀਨੇ ਡੇਢ ਮਹੀਨੇ ਦੇ ਵਿੱਚ ਆਪਾਂ ਨੂੰ ਰਿਜ਼ਲਟ ਨਾ ਮਿਲਿਆ ਤੇ ਉਸੇ ਕੁਲਤਾਰ ਸਿੰਘ ਸੰਧਵਾ ਤੋਂ ਟਾਈਮ ਮੰਗਿਆ ਸੀ ਕਿ ਜੀ ਜੇ ਇੱਕ ਦਿਨ ਨਹੀਂ ਤਾਂ 10 ਮਿੰਟ ਦੇ ਦਿਓ, 10 ਮਿੰਟ ਨਹੀਂ ਸੀ ਮਿਲੇ। ਉਸੇ ਕੁਲਤਾਰ ਸਿੰਘ ਸੰਧਵਾ ਨੇ ਫਿਰ ਜਿੱਦਣ ਉਹਨਾਂ ਨੇ ਬੁਲਾਇਆ ਸੀ ਅਫਸਰਾਂ ਨੂੰ, ਉਸੇ ਦਿਨ ਹੀ ਸਾਰੀਆਂ ਕਮੇਟੀਆਂ ਦੇ ਚੇਅਰਮੈਨਾਂ ਦੀ ਮੀਟਿੰਗ ਬੁਲਾ ਲਈ ਜੀ, ਅਫਸਰ ਵੀ ਉਹਦੇ 'ਚ ਸੱਦ ਲਈ। ਤਾਂ ਕੁਦਰਤੀ ਗੱਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਉਹ ਯਤਨ ਸੀ ਉਹ ਸਫਲ ਹੋ ਗਿਆ। ਪਰ ਮੇਰਾ ਇਹ ਮੰਨਣਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਾਹਲੀ ਕੀਤੀ, ਉਹਨੂੰ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ, ਸਗੋਂ ਅਗਲੀ ਪੇਸ਼ੀ ਤੇ 1 ਤੇ 2 ਤੇ ਸਾਦਾ ਦੁਬਾਰਾ ਆ ਕੇ ਉਹਨਾਂ ਦੀ ਗੱਲਬਾਤ ਕਰ ਲੈਣੀ, ਉਹਦੇ ਕੋਲ ਮੌਕੇ ਸੀਗੇ। ਖੈਰ ਇਮੋਸ਼ਨਲ ਬੰਦਾ, ਜਜ਼ਬਾਤੀ ਬੰਦਾ, ਉਹਨੇ ਸਾਰਾ ਕੁਝ ਕਰਤਾ। ਹੁਣ ਵੱਡਾ ਸਵਾਲ ਇਹ ਹੁੰਦਾ ਵੀ ਕੀ ਉਹਦਾ ਅਸਤੀਫਾ ਪ੍ਰਵਾਨ ਹੋਊਗਾ। ਉਹਨੇ ਮੇਲ ਰਾਹੀਂ ਭੇਜਿਆ ਅਸਤੀਫਾ, ਕਾਰਨ ਦੱਸਿਆ ਕੋਈ ਨਹੀਂ। ਸਪੀਕਰ ਦੇ ਕੋਲੇ ਇਹ ਰਾਈਟ ਹੈਗਾ ਉਹਨੂੰ ਰੱਦ ਕਰ ਦੇ ਵੀ ਮੈਂ ਨਹੀਂ ਜੀ, ਮੈਂ ਨਹੀਂ, ਇਹਦਾ ਕਾਰਨ ਹੀ ਨਹੀਂ ਦੱਸਿਆ ਕੋਈ। ਦੂਜੀ ਗੱਲ ਦਾਨੇਵਾਲੀਆ ਸਾਹਿਬ ਇਹ ਕਿ ਜਿਹੜੀਆਂ ਇਹ ਕਮੇਟੀਆਂ ਇਹਨਾਂ ਕਮੇਟੀਆਂ ਦੀ ਮਿਆਦ ਆ ਜਿਹੜੀ ਉਹ 31 ਮਾਰਚ ਨੂੰ ਖਤਮ ਹੋ ਜਾਣੀ, ਉਦੋਂ ਬਾਅਦ ਫਿਰ ਨਵੀਆਂ ਕਮੇਟੀਆਂ ਬਣਨਗੀਆਂ। ਜੇ ਵਿਧਾਨ ਸਭਾ ਜੇ ਇਸ ਕਮੇਟੀ ਦੀ ਮੀਟਿੰਗ ਬੁਲਾਉਣੀ ਪੈ ਜੇ, ਇਨ ਕੇਸ ਜੇ ਚੇਅਰਮੈਨ ਨਹੀਂ ਹੈਗਾ ਤਾਂ ਸੈਕਟਰੀ ਵਿਧਾਨ ਸਭਾ ਮੀਟਿੰਗ ਬੁਲਾ ਸਕਦਾ ਹੈ। ਪ੍ਰਧਾਨਗੀ ਕਰਨੀ ਹੈ, ਕਮੇਟੀ ਮੈਂਬਰ ਆਪਣੇ ਵਿੱਚੋਂ ਹੀ ਕਿਸੇ ਨੂੰ ਪ੍ਰਧਾਨਗੀ ਕਿਸ ਤੋਂ ਕਰਵਾ ਸਕਦੇ ਤੇ ਆਪਦਾ ਕੰਮ ਚਲਾ ਸਕਦੇ। ਇਸ ਲਈ ਲੱਗਦਾ ਇਹ ਹੈ ਕਿ ਸਪੀਕਰ ਸਾਹਿਬ ਕੋਈ ਨਵਾਂ ਪੰਗਾ ਨਹੀਂ ਛੇੜਨਗੇ, ਉਹਨਾਂ ਨੇ ਇਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਕਰਨਾ। ਇਹ ਮਾਮਲਾ ਐਂ ਲਮਕਦਾ ਰਹੂ। ਤੇ ਮੈਨੂੰ ਇੱਕ ਅਫਸਰ ਨੇ ਇੱਕ ਵਾਰੀ ਗੱਲ ਕਹੀ ਸੀ ਕਿ ਜਦੋਂ ਕਿਸੇ ਮਾਮਲੇ ਨੂੰ ਨਮਕਾਉਣਾ ਹੋਵੇ ਉਹਨੂੰ ਡਿਲੇ ਕਰਦੇ ਜਾਓ, ਉਹ ਆਪਣੀ ਮੌਤ ਆਪੇ ਮਰ ਜਾਂਦਾ ਜੀ। ਤੇ ਹੁਣ ਢਿੱਲੋਂ ਸਾਹਿਬ ਆਪਾਂ ਗੱਲ ਕਰਦੇ ਹਾਂ ਮੁਲਾਇਮ ਸਿੰਘ ਯਾਦਵ, ਜਿਹੜੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਯਾਨੀ ਕਿ UP ਦੇ ਸੀ। ਬੜਾ ਸਮਾਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਵੇਂ ਆਪਾਂ ਕਹਿੰਦੇ ਪਛਾਣਿਆ ਹੀ ਨਹੀਂ। ਜਦੋਂ ਹੁਣ ਚਲੇ ਗਏ, ਹੁਣ ਕਹਿੰਦੇ ਜੀ ਪਦਮ ਵਿਭੂਸ਼ਣ ਦੇ ਦਿਓ। ਇਹ ਕਿਉਂ ਦੇ ਦਿਓ? ਨਹੀਂ ਜੀ ਦੇਤਾ, ਐਲਾਨ ਉਹਦਾ ਕਰਤਾ ਹੈ। ਅਸਲ ਦੇ ਵਿੱਚ ਮੁਲਾਇਮ ਸਿੰਘ ਨੂੰ ਆਪਾਂ ਦੇਖੀਏ ਤੇ ਮੁਲਾਇਮ ਸਿੰਘ ਸਮਾਜਵਾਦੀ ਲਹਿਰ ਦੀ ਪੈਦਾਵਾਰ ਹੈ। ਉਹ ਉੱਤਰ ਪ੍ਰਦੇਸ਼ ਦਾ ਇੱਕ ਵਾਰੀ ਨਹੀਂ ਕਈ ਵਾਰੀ ਮੁੱਖ ਮੰਤਰੀ ਰਿਹਾ। ਕੇਂਦਰ ਦੇ ਵਿੱਚ ਵੀ ਉਹ ਵਜ਼ੀਰ ਰਿਹਾ, ਡਿਫੈਂਸ ਮਿਨਿਸਟਰ ਵੀ ਉਹਨੇ ਕੀਤੀ ਹੈ, ਔਰ ਉਹਦਾ ਮਾਨ ਸਤਿਕਾਰ ਹੈ, ਕਿਉਂਕਿ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਰਹਿਣਾ ਹੀ ਬਹੁਤ ਵੱਡਾ ਮਾਨ ਸਤਿਕਾਰ ਹੈ। ਜਿਸ ਸੂਬੇ ਦੀਆਂ ਲੋਕ ਸਭਾ ਦੇ ਵਿੱਚ 85 ਸੀਟਾਂ ਹੁੰਦੀਆਂ ਹੁਣ, 80 ਤਾਂ ਅੱਜ ਵੀ ਹੈਗੀਆਂ। ਪਹਿਲਾਂ ਜਦੋਂ ਉੱਤਰਾਖੰਡ ਨਹੀਂ ਸੀ ਨਿਕਲੇ ਉਹਦਾ 85 ਸੀਟਾਂ ਸੀ। 85 ਸੀਟਾਂ ਜਿਹਦੀਆਂ ਹੋਣ ਤੇ 85 ਸੀਟਾਂ ਵਾਲਾ ਮੁੱਖ ਮੰਤਰੀ ਕਿੰਨਾ ਪਾਵਰਫੁਲ ਹੁੰਦਾ ਹੈ। ਜੇ ਆਪਾਂ ਦੇਖੀਏ ਤੇ ਐਮਰਜੈਂਸੀ ਦੇ ਵਿਰੋਧ ਜਿਹੜਾ ਮੋਰਚਾ ਲੱਗਿਆ ਸੀ, ਉਸ ਮੋਰਚੇ ਦੇ ਵਿੱਚ ਵੀ ਉਹ ਪੂਰੀ ਤਰ੍ਹਾਂ ਸਰਗਰਮ ਸੀ ਜੀ। ਉਹ ਤੋਂ ਬਾਅਦ ਫਿਰ ਜਿਹੜੀ ਇੱਕ ਪਾਰਟੀ ਬਣੀ ਸੀਗੀ, ਇੱਕ ਸਾਂਝੀ ਪਾਰਟੀ ਬਣੀ ਸੀ ਜਨਤਾ ਪਾਰਟੀ, ਉਹ ਜਨਤਾ ਪਾਰਟੀ ਦੇ ਵਿੱਚ ਵੀ ਸੀ। ਔਰ ਉਸੇ ਜਨਤਾ ਪਾਰਟੀ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਵੀ ਹੁੰਦੇ ਸੀ, ਉਹਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਵੀ ਹੁੰਦੇ ਸੀ ਜੀ, ਉਹਦੇ ਵਿੱਚ ਜਾਰਜ ਫਰਨਾਂਡਿਸ ਤਾਂ ਉਹਨਾਂ ਦੀ ਆਪਦੀ ਪਾਰਟੀ ਦਾ ਸੀ। ਇਹ ਸਾਰੇ ਹੁੰਦੇ ਸੀ, ਇੱਥੋਂ ਤੱਕ ਕਿ ਉਸ ਜਨਤਾ ਪਾਰਟੀ ਦੇ ਵਿੱਚ ਨਰਿੰਦਰ ਮੋਦੀ ਵੀ ਹੁੰਦੇ ਸੀ ਜੀ। ਐਮਰਜੈਂਸੀ ਤੋਂ ਬਾਅਦ ਜਿਹੜੀ ਜਨਤਾ ਪਾਰਟੀ ਬਣੀ ਵੀ ਹੈ, ਔਰ ਉਹਨਾਂ ਨੇ ਅਹਿਮ ਪੋਜੀਸ਼ਨਾਂ ਤੇ ਰਹੇ। ਉਹਨਾਂ ਦਾ ਰਾਈਟ ਬਣਦਾ ਸੀ ਕਿ ਉਹਨਾਂ ਨੂੰ ਪਦਮ ਵਿਭੂਸ਼ਣ ਵਗੈਰਾ ਦਿੱਤਾ ਜਾਂਦਾ, ਲੇਕਿਨ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਕਿਉਂਕਿ ਉਹ ਕਈ ਵਾਰੀ ਸਟੈਂਡ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੈ ਲੈਂਦੇ ਸੀ। ਕਾਂਗਰਸ ਤੇ ਵੀ ਉਹਨਾਂ ਦਾ ਜਿਹੜਾ ਹੈਗਾ ਸਮਾਜਵਾਦੀਆਂ ਦਾ ਵੈਸੇ ਕਾਂਗਰਸ ਨਾਲ ਇੱਟ ਖੜਕਾ ਹੀ ਰਿਹਾ, ਉਹਨਾਂ ਦੇ ਖਿਲਾਫ ਵੀ ਲੈਂਦੇ, ਵੀ ਕਦੇ ਕਦੇ ਸਮਝੌਤੇ ਵੀ ਜਾਂਦੇ ਸੀ। ਵੈਸੇ ਮਮਤਾ ਆਪਣੀ ਬੀਬੀ ਮਾਇਆਵਤੀ ਦੇ ਨਾਲ ਇੱਟ ਖੜਕਾ ਵੀ ਰਿਹਾ ਤੇ ਸਾਂਝੀਆਂ ਸਰਕਾਰਾਂ ਵੀ ਬਣਾਈਆਂ ਜੀ। ਹੁਣ ਇਸ ਵੇਲੇ ਜਿਹੜੇ ਉਹ ਇਸ ਦੁਨੀਆ 'ਚ ਨਹੀਂ ਰਹੇ, ਪਿਛਲੇ ਦਿਨਾਂ 'ਚ ਉਹਨਾਂ ਦੀ ਮੌਤ ਹੋ ਗਈ ਸੀ। ਤੇ ਕੱਲ ਜਿਨ੍ਹਾਂ ਲੋਕਾਂ ਨੂੰ
ਪਦਮ ਵਿਭੂਸ਼ਣ ਦਿੱਤੇ ਹੈ, ਉਹਨਾਂ ਦੇ ਵਿੱਚ ਉਭਰਵਾਂ ਨਾਂ ਮੁਲਾਇਮ ਸਿੰਘ ਯਾਦਵ ਦਾ ਨੰਬਰ 1 ਤੇ ਹੈ ਜੀ। ਅਖਬਾਰਾਂ ਨੇ ਅੱਜ ਲਿਖਿਆ ਹੋਇਆ। ਸਵਾਲ ਇਹ ਪੈਦਾ ਹੁੰਦਾ ਕਿ ਹੁਣ ਮੁਲਾਇਮ ਸਿੰਘ ਯਾਦਵ ਦੇ ਨਾਲ ਹੇਜ਼ ਕਿਉਂ ਪੈਦਾ ਹੋ ਗਿਆ ਜੀ। ਇਹਦਾ ਕਾਰਨ ਕੀ ਹੈ? ਕਾਰਨ ਇਹਦਾ ਇਹ ਹੈ ਕਿ ਇਸ ਵੇਲੇ ਜਿਹੜੀ ਹੈਗੀ ਹੈ ਆਪੋਜੀਸ਼ਨ ਯੂਨਿਟੀ ਦੀ ਗੱਲ ਚੱਲ ਰਹੀ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨਾ ਤਾਂ ਜਿਵੇਂ ਜਨਤਾ ਪਾਰਟੀ ਬਣੀ ਸੀ ਸਾਂਝੀ ਜੀ, ਪਾਰਟੀ ਤਾਂ ਭਾਵੇਂ ਨਾ ਬਣਾਓ, ਇੱਕ ਜਿਹੜੀ ਹੈਗੀ ਹੈ ਸਾਂਝੀ ਰਣਨੀਤੀ ਬਣਾ ਲਓ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਸਤੇ। ਜੀ। ਅਗਲੀ ਗੱਲ ਵੀ ਆਉਂਦੀ ਹੈ ਦਾਨੇ ਵਾਲੀਆ ਸਭ, ਕਈ ਵਾਰੀ ਚੋਣਾਂ ਤੋਂ ਪਹਿਲਾਂ ਫਰੰਟ ਨਹੀਂ ਬਣਦਾ ਨਹੀਂ ਬਣਦਾ ਹੁੰਦਾ ਤੇ ਚੋਣਾਂ ਤੋਂ ਬਾਅਦ ਫਰੰਟ ਬਣ ਜਾਂਦਾ ਹੁੰਦਾ ਹੈ। ਉਹ ਹਾਲਾਤ ਵੀ ਹੈਗੇ। ਉਹਨਾਂ ਹਾਲਾਤਾਂ ਦੇ ਵਿੱਚ ਕੀ ਹੋਣਾ ਹੈ? ਹੁਣ ਇਸ ਵੇਲੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ ਰਾਹੁਲ ਗਾਂਧੀ ਦੀ। ਉਹ ਯਾਤਰਾ ਯੂਪੀ 'ਚ ਵੀ ਗਈ ਸੀ। ਯੂਪੀ ਦੇ ਵਿੱਚ ਬੀਬੀ ਮਾਇਆਵਤੀ ਨੂੰ ਵੀ ਸੱਦਾ ਪੱਤਰ ਦਿੱਤਾ ਸੀ। ਜਯੰਤ ਚੌਧਰੀ ਜਿਹੜੇ ਚੌਧਰੀ ਚਰਨ ਸਿੰਘ ਦੇ ਪੋਤਰੇ ਆ ਉਹਨਾਂ ਨੂੰ ਵੀ ਦਿੱਤਾ ਸੀ, ਔਰ ਮੁਲਾਇਮ ਸਿੰਘ ਯਾਦਵ ਨੂੰ ਵੀ ਦਿੱਤਾ ਸੀ। ਪਹਿਲਾਂ ਤਾਂ ਇਸ ਗੱਲ ਦੇ ਉੱਤੇ ਮੁਲਾਇਮ ਸਿੰਘ ਯਾਦਵ ਕਹਿੰਦਾ ਜੀ ਮੈਨੂੰ ਤਾਂ ਸੱਦਾ ਪੱਤਰ ਮਿਲਿਆ ਹੀ ਨਹੀਂ। ਫਿਰ ਸ਼ਾਇਦ ਉਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤੀ ਹੋਣੀ ਹੈ, ਬਾਈ ਹੈਂਡ ਫੜਾਏ, ਉਹ ਕਹਿੰਦੇ ਮਿਲ ਗਿਆ। ਸ਼ੁਭ ਕਾਮਨਾਵਾਂ ਜ਼ਰੂਰ ਦੇਣਾ ਪਰ ਮੈਂ ਯਾਤਰਾ ਸ਼ਾਮਿਲ ਨਹੀਂ ਹੁੰਦਾ। ਮਾਇਆਵਤੀ ਨੇ ਵੀ ਕਹਿਤਾ ਵੀ ਮੈਂ ਯਾਤਰਾ ਸ਼ਾਮਿਲ ਨਹੀਂ ਹੁੰਦੀ। ਮਾਇਆਵਤੀ ਬਾਰੇ ਪਹਿਲਾਂ ਹੀ ਗੱਲਾਂ ਚੱਲਦੀਆਂ ਰਹੀਆਂ ਕਿ ਮਾਇਆਵਤੀ ਨੂੰ ਫੈਲਾਂ ਫੂਲਾਂ ਪੁਰਾਣੀਆਂ ਕੱਢ ਕੇ ਜਰਕਾ ਲੈਂਦੇ ਆ ਬੀਜੇਪੀ ਵਾਲੇ, ਐਨ ਮੌਕੇ ਦੇ ਉੱਤੇ ਆ ਕੇ ਉਹ ਗੱਲ ਕਰ ਨਹੀਂ ਦਿੰਦੇ, ਉਹ ਆਪੋਜੀਸ਼ਨ ਯੂਨਿਟੀ 'ਚ ਨਿਕਲ ਜਾਂਦੀ ਹੈ। ਹੁਣ ਮੁਲਾਇਮ ਸਿੰਘ ਯਾਦਵ ਦਾ ਛੋਟਾ ਭਰਾ, ਇਹਦਾ ਚਾਚਾ, ਉਹ ਇੱਕ ਵਾਰੀ ਇਹਨਾਂ ਦੇ ਨਾਲੋਂ ਪਾਸੇ ਹਟ ਗਿਆ ਸੀ। ਉਹ ਪਾਸੇ ਹਟ ਕੇ ਉਹਨੇ ਆਪਦੀ ਅਲੱਗ ਪਾਰਟੀ ਬਣਾ ਲਈ ਸੀ। ਉਸ ਪਾਰਟੀ ਦੀ ਨੇੜਤਾ ਕਿਹਦੇ ਨਾਲ ਹੋ ਗਈ ਸੀਗੀ? ਭਾਰਤੀ ਜਨਤਾ ਪਾਰਟੀ ਨਾਲ। ਇਹ ਭਾਰਤੀ ਜਨਤਾ ਪਾਰਟੀ ਤੋਂ ਪਾਸੇ ਸੀ। ਅੱਜ ਤੁਸੀਂ ਦੇਖੋ ਕਿ ਉਹਨੇ ਆਪਦੀ ਪਾਰਟੀ ਭੰਗ ਕਰਤੀ ਮੁਲਾਇਮ ਸਿੰਘ ਯਾਦਵ ਦੇ ਚਲਾਣੇ ਤੋਂ ਬਾਅਦ, ਤੇ ਉਹ ਫੇਰ ਇਹਨਾਂ ਦੇ ਨਾਲ ਹੀ ਸ਼ਾਮਿਲ ਹੋ ਗਿਆ। ਉਹਦੀ ਵੀ ਭਾਰਤੀ ਜਨਤਾ ਪਾਰਟੀ ਨਾਲ ਸੀਟੀ ਮਿਲਦੀ ਸੀ। ਅਖਿਲੇਸ਼ ਸਿੰਘ ਯਾਦਵ ਨੇ ਵੀ ਕਹਿਤਾ ਪਿਛਲੀ ਵਾਰੀ, ਹਾਲਾਂਕਿ ਇਹਨਾਂ ਦੀ ਇੱਕ ਚੋਣ ਅੰਡਰਸਟੈਂਡਿੰਗ ਸੀਗੀ। ਦੂਜੀ ਗੱਲ ਇਹ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹਦੀ ਭਾਰਤ ਜੋੜਾ ਉਹ ਯਾਤਰਾ ਦੇ ਜ਼ਰੀਏ ਉਹਨੇ 2 ਫਿਰਕਿਆਂ ਦੇ ਵਿੱਚ ਆਪਣਾ ਪ੍ਰਭਾਵ ਵਧਾਇਆ। ਮੁਸਲਿਮ ਫਿਰਕੇ 'ਚ ਵੀ ਵਧਾਇਆ ਤੇ ਦਲਿਤ ਭਾਈਚਾਰੇ 'ਚ ਵੀ ਵਧਾਇਆ। ਦਲਿਤ ਭਾਈਚਾਰੇ ਦੇ ਵਿੱਚੋਂ ਜਿਹੜੇ ਹੈਗੇ ਆ ਆਉਂਦੇ ਆ ਮਲਕ ਅਰਜੁਨ ਖੜਗੇ, ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਪ੍ਰੈਜ਼ੀਡੈਂਟ ਬਣਾਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਦੇ 'ਚ ਇਹ ਹੈ ਕਿ ਉਹ ਉਸ ਵੋਟ ਬੈਂਕ ਨੂੰ ਖੋਰਾ ਲਾ ਰਹੀ ਹੈ ਜਿਹੜੀ ਵੋਟ ਬੈਂਕ ਅਖਿਲੇਸ਼ ਸਿੰਘ ਯਾਦਵ ਦੇ ਜਾਂ ਸਮਾਜਵਾਦੀਆਂ ਦੇ ਪ੍ਰਭਾਵ ਵਾਲੀ। ਔਰ ਭਾਰਤੀ ਜਨਤਾ ਪਾਰਟੀ ਹੁਣ ਜਿਹੜੀਆਂ ਇਹ ਕੰਟਰਡਿਕਸ਼ਨਸ ਹੈ, ਇਹਨਾਂ ਕੰਟਰਡਿਕਸ਼ਨਸ ਨੂੰ ਇਸਤੇਮਾਲ ਕਰਨਾ ਚਾਹੁੰਦੀ ਹੈ ਕਿ ਥੋੜੀ ਜਿਹੀ ਨੇੜਤਾ ਵਧਾਓ ਜੀ, ਤਾਂ ਕਿ ਜੇ ਸਾਡੇ ਨਾਲ ਇਹਨਾਂ ਦੀ ਅੰਡਰਸਟੈਂਡਿੰਗ ਨਾ ਹੋਵੇ, ਬੇਸ਼ੱਕ ਨਾ ਹੋਵੇ, ਕਾਂਗਰਸ ਪਾਰਟੀ ਦੇ ਨਾਲ ਇਹਨਾਂ ਦੀ ਕਿਸੇ ਕਿਸਮ ਦੀ ਚੋਣ ਐਡਜਸਟਮੈਂਟ ਨਾ ਹੋਵੇ। ਮੁਲਾਇਮ ਸਿੰਘ ਯਾਦਵ ਨੂੰ ਕੋਈ ਚਾਹ ਨਾਲ ਨਹੀਂ ਦਿੱਤਾ, ਮਰਨ ਉਪਰੰਤ ਜਿਉਂਦੇ ਮੁਲਾਇਮ ਸਿੰਘ ਨੂੰ ਪੁੱਛਿਆ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਤੇ ਹੁਣ ਜਿਹੜਾ ਉਹਨੂੰ ਇਹ ਦਿੱਤਾ ਹੈ ਪਦਮ ਵਿਭੂਸ਼ਣ, ਇਹ ਇੱਕ ਜਿਹੜੀ ਹੈਗੀ ਹੈ ਯੁੱਧ ਨੀਤੀ ਦਾ ਹਿੱਸਾ ਹੈ ਜੀ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।